ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 104 ਤੇ ਹੇਠੋਂ ਪੰਜਵੀਂ ਪੰਕਤੀ ਹੈ। ਮਾਝ ਮਹਿਲਾ ਪੰਜਵਾਂ। ਆਓ ਸਾਜਨ ਸੰਤ ਮੀਤ ਪਿਆਰੇ, ਮਿਲ ਗਾਵੇਂ ਗੁਣ ਅਗੰਮ ਅਪਾਰੇ। ਕੱਲ ਪਰਸੋਂ ਦੱਸਿਆ ਸੀ ਜਿਹੜਾ ਇਹ ਸ਼ਬਦ ਹੈ ਅਗਮ ਨਹੀਂ ਹੈ, ਇਹ ਸੰਸਕ੍ਰਿਤ ਦਾ ਸ਼ਬਦ ਹੈ ਅਤੇ ਸੰਸਕ੍ਰਿਤ ਦਾ ਉਚਾਰਨ ਹੈ ਅਗੰਮ। ਮਿਲ ਗਾਵੇਂ ਗੁਣ ਅਗੰਮ ਅਪਾਰੇ, ਗਾਵਤ ਸੁਣਤ ਸਭੇ ਹੀ ਮੁਕਤੇ, ਸੋ ਧਿਆਈਐ ਜਿਨ ਹਮ ਕੀਏ ਜੀਓ। ਜਨਮ ਜਨਮ ਕੇ ਕਿਲਵਿਖ ਜਾਵੇਂ, ਮਨ ਚਿੰਦੇ ਸੇਈ ਫਲ ਪਾਵੇਂ। ਸਿਮਰ ਸਾਹਿਬ ਸੋ ਸੱਚ ਸੁਆਮੀ। ਰਿਜ਼ਕ ਇਹ ਫਾਰਸੀ ਦਾ ਸ਼ਬਦ ਹੈ, ਜੱਜੇ ਦੇ ਪੈਰ 'ਚ ਬਿੰਦੀ ਲਾ ਕੇ ਬੋਲਣਾ ਰਿਜ਼ਕ। ਰਿਜ਼ਕ ਸਬਸ ਕੋ ਦੀਏ ਜੀਓ, ਨਾਮ ਜਪਤ ਸਰਬ ਸੁਖ ਪਾਈਐ। ਸਭ ਪਉ ਬਿਨਸੈ ਹਰ ਹਰ ਧਿਆਈਐ, ਜਿਨ ਸੇਵਿਆ ਸੋ ਪਾਰ ਗ੍ਰਾਮੀ। ਕਾਰਜ ਸਗਲੇ ਥੀਏ ਜੀਓ, ਆਏ ਭਇਆ ਤੇਰੀ ਸ਼ਰਨਾਈ। ਜਿਉ ਭਾਵੈ ਤਿਉ ਲਹਿ ਮਿਲਾਈ, ਕਰ ਕਿਰਪਾ ਪ੍ਰਭ ਭਗਤੀ ਲਾਵੋ। ਸਚ ਨਾਨਕ ਅੰਮ੍ਰਿਤ ਪੀਏ ਜੀਓ। ਪੰਚਮ ਪਾਤਸ਼ਾਹ ਫਰਮਾਨ ਕਰਦੇ ਨੇ, ਆਓ ਸਾਜਨ ਸੰਤ ਮੀਤ ਪਿਆਰੇ। ਆਓ ਸੰਤ ਮਹਾਤਮਾ, ਆਓ ਪਿਆਰੇ ਮਿੱਤਰੋ, ਆਓ ਸੱਜਣੋ। ਮਿਲ ਗਾਵੇਂ ਗੁਣ ਅਗੰਮ ਅਪਾਰੇ। ਉਹ ਪਰਮਾਤਮਾ ਜੋ ਅਪਾਰੇ, ਜੋ ਬੇਅੰਤ ਹੈ, ਅਗੰਮ ਜੋ ਅਪਹੁੰਚ ਹੈ, ਜਿਸ ਤੱਕ ਇੰਦਰੀਆਂ ਦੀ ਪਹੁੰਚ ਨਹੀਂ ਹੈ। ਉਹ ਪਰਮਾਤਮਾ ਜੋ ਬੇਅੰਤ ਹੈ, ਜੋ ਅਪਹੁੰਚ ਹੈ, ਰਲ ਕੇ ਉਹਦੇ ਗੁਣ ਗਾਈਏ। ਜਦੋਂ ਮੈਂ ਜਾਂ ਅਸੀਂ ਦੀ ਭਾਵਨਾ ਹੋਵੇ, ਉਦੋਂ ਫਿਰ ਹਾਹੇ ਦੀ ਸਿਆਰੀ ਖਤਮ ਹੋ ਜਾਂਦੀ ਹੈ। ਨਹੀਂ ਤਾਂ ਅਸੀਂ ਗਾਵੇਂ ਗਾਉਂਦੇ ਹਨ। ਇਹ ਹੈ ਉਚਾਰਨ ਹੁਣ ਵੀ ਇਹੀ ਹੈ, ਮਿਲ ਗਾਵੇਂ। ਜਦੋਂ ਹਾਹੇ ਨੂੰ ਸਿਆਰੀ ਨਹੀਂ ਹੁੰਦੀ ਤਾਂ ਆਪਣਾ ਆਪ ਵਿੱਚ ਸ਼ਾਮਲ ਹੁੰਦਾ। ਜਦੋਂ ਆਪਣਾ ਆਪ ਵਿੱਚ ਸ਼ਾਮਲ ਹੋਵੇ ਉਦੋਂ ਹਾਹੇ ਨੂੰ ਸਿਆਰੀ ਨਹੀਂ ਲੱਗਦੀ। ਕਹਿੰਦੇ ਆਓ ਸੱਜਣੋ, ਆਓ ਸੰਤੋ, ਆਓ ਮਿੱਤਰੋ, ਆਓ ਪਿਆਰਿਓ। ਮਿਲ ਕੇ ਆਪਾਂ ਸਾਰੇ ਬੇਅੰਤ ਪਰਮਾਤਮਾ ਦੇ ਗੁਣ ਗਾਈਏ। ਫਿਰ ਕੀ ਹੋਏਗਾ? ਗਾਵਤ ਸੁਣਤ ਸਭੇ ਹੀ ਮੁਕਤੇ, ਸੋ ਧਿਆਈਐ ਜਿਨ ਹਮ ਕੀਏ ਜੀਓ। ਪਰਮਾਤਮਾ ਦੇ ਗੁਣ ਗਾਉਣ ਵਾਲੇ, ਸੁਣਤ ਪਰਮਾਤਮਾ ਦੇ ਗੁਣ ਸੁਣਨ ਵਾਲੇ, ਸਭੇ ਹੀ ਮੁਕਤੇ, ਸਾਰੇ ਮੁਕਤ ਹੋ ਜਾਂਦੇ ਹਨ। ਸੋ ਧਿਆਈਐ ਜਿਨ ਹਮ ਕੀਏ ਜੀਓ। ਜਿਸ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਹੈ, ਉਹਨੂੰ ਧਿਆਉਣਾ ਚਾਹੀਦਾ, ਉਹਦਾ ਸਿਮਰਨ ਕਰਨਾ ਚਾਹੀਦਾ, ਉਹਨੂੰ ਧਿਆਨ 'ਚ ਲਿਆਉਣਾ ਚਾਹੀਦਾ। ਕਿਉਂਕਿ ਜਿਹੜਾ ਫਿਰ ਉਹਨੂੰ ਧਿਆਉਂਦਾ ਹੈ, ਉਹ ਫਿਰ ਮੁਕਤ ਹੋ ਜਾਂਦਾ, ਜੰਮਣ ਮਰਨ ਤੋਂ ਰਹਿਤ ਹੋ ਜਾਂਦਾ। ਜਨਮ ਜਨਮ ਕੇ ਕਿਲਵਿਖ ਜਾਵੇਂ, ਮਨ ਚਿੰਦੇ ਸੇਈ ਫਲ ਪਾਵੇਂ। ਸਿਮਰ ਸਾਹਿਬ ਸੋ ਸੱਚ ਸੁਆਮੀ, ਰਿਜ਼ਕ ਸਬਸ ਕੋ ਦੀਏ ਜੀਓ। ਉਹ ਪਰਮਾਤਮਾ ਜੋ ਸਦਾ ਰਹਿਣ ਵਾਲਾ ਹੈ, ਜੋ ਸਾਹਿਬ ਹੈ, ਸੁਆਮੀ ਜੋ ਮਾਲਕ ਹੈ, ਰਿਜ਼ਕ ਸਬਸ ਕੋ ਦੀਏ ਜੀਓ। ਅਤੇ ਜਿਹੜਾ ਸਾਰਿਆਂ ਨੂੰ ਰਿਜ਼ਕ ਦਿੰਦਾ ਹੈ, ਖਾਣ ਪੀਣ ਨੂੰ ਦਿੰਦਾ ਹੈ, ਉਸ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ। ਫਿਰ ਕੀ ਹੋਏਗਾ? ਜਨਮ ਜਨਮ ਕੇ ਕਿਲਵਿਖ ਜਾਵੇਂ।
ਜਨਮਾਂ ਜਨਮਾਂਤਰਾਂ ਦੇ ਪਾਪ ਖਤਮ ਹੋ ਜਾਣ। ਕਿਲ ਵਿਖ ਮੈਨੇ ਪਾਪ, ਜਨਮਾਂ ਜਨਮਾਂਤਰਾਂ ਜਿਹੜੇ ਵੀ ਅਸੀਂ ਕਈ ਜਨਮਾਂ ਤੋਂ ਪਾਪ ਕੀਤੇ ਨੇ, ਪਰਮਾਤਮਾ ਦਾ ਸਿਮਰਨ ਕਰਕੇ ਉਹ ਖਤਮ ਹੋ ਜਾਂਦੇ। ਫਿਰ ਕੀ ਹੁੰਦਾ? ਮਨ ਚਿੰਦੇ ਸਹੀ ਫਲ ਪਾਵੇਂ। ਫਿਰ ਜਿਹੜੇ ਸਿਮਰਨ ਕਰਦੇ ਨੇ, ਜੋ ਉਹਨਾਂ ਦੀ ਮਨ ਦੀ ਇੱਛਾ ਹੈ ਉਹ ਪੂਰੀ ਹੋ ਜਾਂਦੀ ਹੈ। ਜੋ ਮਨ 'ਚ ਚਾਹਿਆ ਸੀ ਉਹਨਾਂ ਨੇ ਵੀ ਆਹ ਮੇਰੇ ਕੰਮ ਹੋ ਜਾਣ, ਆਹ ਚੀਜ਼ ਮੈਨੂੰ ਮਿਲ ਜਾਏ, ਉਹ ਫਿਰ ਇਹਨਾਂ ਦੀ ਇੱਛਾ ਪੂਰੀ ਹੋ ਜਾਂਦੀ ਹੈ। ਨਾਮ ਜਪਤ ਸਰਬ ਸੁਖ ਪਾਈਏ। ਨਾਮ ਜਪਣ ਨਾਲ ਹਰ ਪ੍ਰਕਾਰ ਦਾ ਸੁੱਖ ਮਿਲਦਾ ਹੈ। ਜੇ ਆਪਾਂ ਅਗਰ ਸਾਰੇ ਸੁੱਖ ਮਿਲਦੇ ਹਨ, ਫਿਰ ਖੱਕੇ ਨੌਕਰ ਨਹੀਂ ਸੀ ਚਾਹੀਦਾ। ਹਰ ਪ੍ਰਕਾਰ ਦਾ ਸੁੱਖ ਮਿਲਦਾ ਹੈ। ਸਭ ਭਉ ਬਿਨਸੈ ਹਰ ਹਰ ਧਿਆਈਐ। ਜਦੋਂ ਆਪਾਂ ਹਰੀ ਨੂੰ ਧਿਆਉਂਦੇ ਹਾਂ, ਹਰੀ ਦਾ ਨਾਮ ਜਪਦੇ ਹਾਂ, ਤਾਂ ਹਰ ਪ੍ਰਕਾਰ ਦਾ ਡਰ ਖਤਮ ਹੋ ਜਾਂਦਾ। ਪਰਮਾਤਮਾ ਦਾ ਸਿਮਰਨ, ਕਿਉਂਕਿ ਪਰਮਾਤਮਾ ਨਿਰਭਉ ਹੈ। ਜਿਉਂ ਜਿਉਂ ਅਸੀਂ ਉਹਦਾ ਸਿਮਰਨ ਕਰਦੇ, ਅਸੀਂ ਆਪ ਵੀ ਨਿਰਭਉ ਹੁੰਦੇ ਜਾਂਦੇ ਹਾਂ। ਇਸ ਲਈ ਉਹਦਾ ਡਰ ਖਤਮ ਹੋ ਜਾਂਦਾ। ਹਰ ਪ੍ਰਕਾਰ ਦਾ ਡਰ ਪਰਮਾਤਮਾ ਦਾ ਨਾਮ ਜਪਣ ਨਾਲ ਖਤਮ ਹੋ ਜਾਂਦਾ। ਜਿਨ ਸੇਵਿਆ ਸੋ ਪਾਰਗ੍ਰਾਮੀ। ਪਾਰਗ੍ਰਾਮੀ ਹੁੰਦਾ ਪਾਰ ਉਤਰ ਜਾਣਾ। ਇਹ ਸੰਸਾਰ ਨੂੰ ਭਵ ਸਾਗਰ ਕਿਹਾ। ਫਿਰ ਜਿਹੜਾ ਪਰਮਾਤਮਾ ਦਾ ਸਿਮਰਨ ਕਰਦਾ, ਸੇਵਿਆ ਜੋ ਪਰਮਾਤਮਾ ਦਾ ਸਿਮਰਨ ਕਰਦਾ, ਉਹ ਇਸ ਭਵ ਸਾਗਰ ਤੋਂ ਪਾਰ ਉਤਰ ਜਾਂਦਾ ਹੈ। ਭਾਵ ਉਹ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਬੁਰਾਈਆਂ ਹਨ, ਉਹਨਾਂ ਤੋਂ ਬਚ ਜਾਂਦਾ ਹੈ। ਕਾਰਜ ਸਗਲੇ ਥੀਏ ਜੀਓ, ਤੇ ਸਾਰੇ ਉਹਦੇ ਕੰਮ ਰਾਸ ਹੋ ਜਾਂਦੇ ਹਨ। ਉਹਦੇ ਕੰਮ ਵੀ ਸਾਰੇ ਹੋ ਜਾਂਦੇ ਨੇ, ਤੇ ਨਾਲੇ ਉਹ ਭਵ ਸਾਗਰ ਤੋਂ ਪਾਰ ਉਤਰ ਜਾਂਦਾ ਹੈ। ਆਏ ਪਿਆ ਤੇਰੀ ਸ਼ਰਨਾਈ। ਹੇ ਪਰਮਾਤਮਾ, ਮੈਂ ਤੇਰੀ ਸ਼ਰਨ 'ਚ ਆ ਗਿਆ ਹਾਂ। ਜਿਉਂ ਭਾਵੈ ਤਿਉ ਲੈ ਮਿਲਾਈ। ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਉਵੇਂ ਤੂੰ ਮੈਨੂੰ ਆਪਣੇ ਨਾਲ ਮਿਲਾ ਲੈ। ਜਿਵੇਂ ਤੈਨੂੰ ਠੀਕ ਲੱਗਦਾ ਕਿ ਮੈਂ ਆਪਣੇ ਨਾਲ ਮਿਲਾ ਲਓ। ਕਰ ਕਿਰਪਾ ਪ੍ਰਭ ਭਗਤੀ ਲਾਵੋ। ਸੱਚ ਨਾਨਕ ਅੰਮ੍ਰਿਤ ਪੀਏ ਜੀਓ। ਹੇ ਪਰਮਾਤਮਾ, ਮੇਰੇ 'ਤੇ ਕਿਰਪਾ ਕਰੋ, ਆਪਣੀ ਭਗਤੀ 'ਚ ਮੈਨੂੰ ਲਾ ਲਓ। ਸੱਚ ਨਾਨਕ ਅੰਮ੍ਰਿਤ ਪੀਏ ਜੀਓ, ਤਾਂ ਜੋ ਕਹਿੰਦੇ ਮੈਂ ਤੇਰੇ ਨਾਮ ਅੰਮ੍ਰਿਤ ਪੀ ਸਕਾਂ। ਗੁਰੂ ਮਹਾਰਾਜ ਕਹਿੰਦੇ ਵੀ ਕਿਰਪਾ ਕਰੋ, ਆਪਣੀ ਭਗਤੀ 'ਚ ਲਾਓ, ਤਾਂ ਜੋ ਨਾਮ ਅੰਮ੍ਰਿਤ ਪੀਤਾ ਜਾ ਸਕੇ। ਮਾਝ ਮਹਿਲਾ ਪੰਜਵਾਂ। ਭੈ ਕਿਰਪਾਲ ਗੋਵਿੰਦ ਗੁਸਾਈ। ਮੇਘ ਵਰਸੈ ਸਭਨੀ ਥਾਈ। ਦੀਨ ਦਿਆਲ ਸਦਾ ਕਿਰਪਾਲਾ। ਠਾਂਡ ਪਾਈ ਕਰਤਾਰੇ ਜੀਓ। ਠਾਂਡ ਪੜ੍ਹਦੇ ਇਸ ਨੂੰ ਠੱਠੇ ਨੂੰ ਕੰਨਾ ਬਿੰਦੀ ਲਾ ਕੇ ਠੰਡ ਜਿਹਨੂੰ ਕਹਿੰਦੇ ਆਪਾਂ। ਠਾਂਡ ਪਾਈ ਕਰਤਾਰੇ ਜੀਓ। ਆਪਣੇ ਜੀ ਜੰਤ ਪ੍ਰਤਿਪਾਰੇ। ਜਿਉਂ ਬਾਰਿਕ ਮਾਤਾ ਸੰਮਾਰੇ। ਮੰਮੇ ਦੇ ਪੈਰ 'ਚ ਹਾਹਾ ਲਾ ਕੇ ਬੋਲਣਾ। ਦੁੱਖ ਭੰਜਨ ਸੁਖ ਸਾਗਰ ਸੁਆਮੀ। ਦੇਤ ਸਗਲ ਆਹਾਰੇ ਜੀਓ। ਜਲ ਥਲ ਪੂਰ ਰਿਹਾ ਮਿਹਰਬਾਨ। ਸਦ ਬਲਿਹਾਰ ਜਾਈਏ ਕੁਰਬਾਨ। ਰੈਣ ਦਿਨਸ ਤਿਸ ਸਦਾ ਧਿਆਈ। ਜੇ ਖਿਨਮੈ ਸਗਲ ਉਧਾਰੇ ਜੀਓ। ਰਾਖ ਲਿਏ ਸਗਲੇ ਪ੍ਰਭ ਆਪੇ। ਉਤਰ ਗਏ ਸਭ ਸੋਗ ਸੰਤਾਪੇ। ਨਾਮ ਜਪਤ ਮਨ ਤਨ ਹਰਿਆਵਲ। ਪ੍ਰਭ ਨਾਨਕ ਨਦਰ ਨਿਹਾਰੇ ਜੀਓ। ਕਹਿੰਦੇ ਭੈ ਕਿਰਪਾਲ ਗੋਵਿੰਦ ਗੁਸਾਈ। ਗੋਵਿੰਦ ਸੰਸਕ੍ਰਿਤ ਦਾ ਸ਼ਬਦ ਹੈ। ਗੋ ਮੈਨੇ ਧਰਤੀ, ਵਿੰਦ ਹੁੰਦਾ ਜਾਣਨ ਵਾਲਾ। ਜਿਹੜਾ ਇਸ ਸ੍ਰਿਸ਼ਟੀ ਨੂੰ ਜਾਣਦਾ ਹੈ ਉਹਨੂੰ ਕਹਿੰਦੇ ਗੋਵਿੰਦ। ਕਈ ਥਾਂ ਦੇ ਗੁਰਬਾਣੀ ਗੋਬਿੰਦ ਬੱਬੇ ਨਾਲ ਵੀ ਲਿਖਿਆ ਹੋਇਆ।
ਪਰ ਸੰਸਕ੍ਰਿਤ ਦੇ ਅਨੁਸਾਰ ਉੱਥੇ ਵਾਹਵਾ ਹੈ। ਜਿਵੇਂ ਗੋਪਾਲ ਹੁੰਦਾ ਸ਼ਬਦ, ਗੋ ਮੈਨੇ ਧਰਤੀ, ਪਾਲ ਮੈਨੇ ਪਾਲਣਾ ਪੋਸ਼ਣ ਕਰਨ ਵਾਲਾ। ਜੋ ਸ੍ਰਿਸ਼ਟੀ ਦੀ ਪਾਲਣਾ ਪੋਸ਼ਣ ਕਰਦਾ ਉਹਨੂੰ ਗੋਬਿੰਦ ਗੋਪਾਲ ਕਹਿੰਦੇ ਨੇ। ਜਿਹੜਾ ਸ੍ਰਿਸ਼ਟੀ ਨੂੰ ਜਾਣਦਾ ਹੈ ਉਹਨੂੰ ਗੋਬਿੰਦ ਕਹਿੰਦੇ। ਗੁਸਾਈ ਮਾਲਕ ਨੂੰ ਕਹਿੰਦੇ ਨੇ। ਭੈ ਕਿਰਪਾਲ ਗੋਬਿੰਦ ਗੁਸਾਈ ਪਾ ਪਰਮਾਤਮਾ। ਪਰਮਾਤਮਾ ਜਦੋਂ ਕਿਰਪਾਲੂ ਹੋਏ ਫਿਰ ਕੀ ਹੋਇਆ? ਮੇਘ ਵਰਸੈ ਸਭਨੀ ਥਾਈਂ। ਮੇਘ ਬੱਦਲ ਨੂੰ ਕਹਿੰਦੇ ਨੇ। ਫਿਰ ਸਾਰੇ ਥਾਵਾਂ ਦੇ ਬੱਦਲ ਵਸਣ ਲੱਗਦੇ, ਭਾਵ ਮੀਂਹ ਪੈਣ ਲੱਗ ਜਾਂਦਾ। ਦੀਨ ਦਿਆਲ ਸਦਾ ਕਿਰਪਾਲਾ। ਪਰਮਾਤਮਾ ਤਾਂ ਦੀਨਾਂ 'ਤੇ ਦਇਆ ਕਰਨ ਵਾਲਾ ਹੈ, ਉਹ ਤਾਂ ਸਦਾ ਹੀ ਕਿਰਪਾਲੂ ਹੈ। ਠਾਂਡ ਪਾਈ ਕਰਤਾਰੇ ਜੀਆ, ਅਤੇ ਪਰਮਾਤਮਾ ਨੇ ਸਭ ਪਾਸੇ ਠੰਡ ਵਰਤਾਤੇ। ਦੂਜਾ ਇਹਦਾ ਅਰਥ ਹੈ ਕਿ ਪਰਮਾਤਮਾ ਜਦੋਂ ਮਿਹਰਬਾਨ ਹੁੰਦਾ ਹੈ ਤਾਂ ਫਿਰ ਉਹ ਗੁਰੂ ਨੂੰ ਭੇਜਦਾ ਹੈ। ਗੁਰੂ ਬੱਦਲ ਹੁੰਦਾ ਹੈ। ਜਿਵੇਂ ਬੱਦਲ ਵਰਖਾ ਕਰਦਾ ਹੈ ਅਤੇ ਸੰਸਾਰ ਨੂੰ ਸੁੱਖ ਮਿਲਦਾ ਹੈ, ਇਸ ਤਰ੍ਹਾਂ ਗੁਰੂ ਨਾਮ ਦੀ ਵਰਖਾ ਕਰਦਾ ਹੈ ਅਤੇ ਸਭ ਪਾਸੇ ਠੰਡ ਵਰਤ ਜਾਂਦੀ ਹੈ। ਆਪਣੇ ਜੀ ਜੰਤ ਪ੍ਰਤਿਪਾਰੇ ਹੁੰਦਾ ਚੰਗੀ ਤਰ੍ਹਾਂ ਪਾਲਣਾ ਪੋਸ਼ਣਾ ਕਰਨਾ। ਪਰਮਾਤਮਾ ਆਪਣੇ ਜੀਵਾਂ ਦੀ ਚੰਗੀ ਤਰ੍ਹਾਂ ਪਾਲਣਾ ਪੋਸ਼ਣਾ ਕਰਦਾ ਹੈ। ਨਾਲ ਉਦਾਹਰਨ ਦਿੱਤੀ ਕਿਵੇਂ? ਜਿਉਂ ਬਾਰਿਕ ਮਾਤਾ ਸੰਭਾਰੇ। ਬਾਰਿਕ ਬੱਚੇ ਨੂੰ ਕਹਿੰਦੇ, ਸੰਭਾਰੇ ਮੈਨੇ ਸੰਭਾਲ ਕਰਨਾ। ਜਿਵੇਂ ਮਾਤਾ ਬੱਚੇ ਦੀ ਸੰਭਾਲ ਕਰਦੀ, ਇਸ ਤਰ੍ਹਾਂ ਪਰਮਾਤਮਾ ਵੀ ਆਪਣੀ ਸ੍ਰਿਸ਼ਟੀ ਦੇ ਜੀਵਾਂ ਦੀ ਪਾਲਣਾ ਪੋਸ਼ਣਾ ਕਰਦਾ ਹੈ। ਦੁੱਖ ਭੰਜਨ ਸੁਖ ਸਾਗਰ ਸੁਆਮੀ। ਪਰਮਾਤਮਾ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ, ਸੁੱਖਾਂ ਦਾ ਸਾਗਰ ਹੈ। ਸਗਲ ਦੇਤ ਸਗਲ ਆਹਾਰੇ ਜੀਅ, ਅਤੇ ਸਾਰਿਆਂ ਨੂੰ ਖਾਣ ਨੂੰ ਭੋਜਨ ਦਿੰਦਾ ਹੈ। ਆਹਾਰ ਭੋਜਨ ਨੂੰ ਕਹਿੰਦੇ ਨੇ। ਸਾਰਿਆਂ ਨੂੰ ਖਾਣ ਨੂੰ ਭੋਜਨ ਦਿੰਦਾ ਹੈ। ਉਹ ਸੁੱਖਾਂ ਦਾ ਸਾਗਰ ਹੈ, ਉਹ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ। ਤੁਸੀਂ ਕਹੋਗੇ ਵੀ ਜੇ ਸਾਰਿਆਂ ਨੂੰ ਪਰਮਾਤਮਾ ਖਾਣ ਨੂੰ ਦਿੰਦਾ ਹੈ ਤਾਂ ਹਿੰਦੁਸਤਾਨ ਦੇ 18 ਕਰੋੜ ਲੋਕ ਰਾਤ ਨੂੰ ਭੁੱਖੇ ਕਿਉਂ ਸੌਂਦੇ ਨੇ? ਸੰਸਾਰ ਦੇ 68 ਕਰੋੜ ਲੋਕ ਨੇ ਜਿਹੜੇ ਰਾਤ ਨੂੰ ਭੁੱਖੇ ਸੌਂਦੇ ਨੇ, ਖਾਣ ਨੂੰ ਕੁਛ ਨਹੀਂ ਮਿਲਦਾ। ਉੱਥੇ ਫਿਰ ਦੋਨੋਂ ਗੱਲਾਂ ਵਿਰੋਧਾਭਾਸ ਲੱਗਦੀਆਂ ਹਨ। ਵੀ ਇੱਕ ਪਾਸੇ ਤਾਂ ਕਿਹਾ ਵੀ ਪਰਮਾਤਮਾ ਸਭ ਨੂੰ ਖਾਣ ਨੂੰ ਦਿੰਦਾ ਹੈ, ਦੂਜੇ ਪਾਸੇ 68 ਕਰੋੜ ਲੋਕ ਨੇ ਜਿਹਨਾਂ ਨੂੰ ਖਾਣ ਨੂੰ ਰਾਤ ਨੂੰ ਰੋਟੀ ਨਹੀਂ ਮਿਲਦੀ। ਪਰ ਜਦੋਂ ਧਰਮ ਦੀ ਚੰਗੀ ਤਰ੍ਹਾਂ ਸਟੱਡੀ ਕੀਤੀ ਜਾਵੇ ਫਿਰ ਸਮਝ ਆਉਂਦੀ ਹੈ ਕਿ ਜਿਹੜੇ ਤੇ ਪਰਮਾਤਮਾ 'ਤੇ ਨਿਰਭਰ ਨੇ ਉਹਨਾਂ ਨੂੰ ਪਰਮਾਤਮਾ ਨੂੰ ਉਹਨਾਂ ਦੀ ਫਿਕਰ ਹੁੰਦੀ ਹੈ। ਜਿੰਨੇ ਜੀਵ ਜੰਤੂ ਨੇ, ਮਨੁੱਖ ਤੋਂ ਬਿਨਾਂ ਜਿੰਨੇ ਜੀਵ ਜੰਤੂ ਨੇ, ਉਹ ਸਾਰੇ ਦੇ ਸਾਰੇ ਪਰਮਾਤਮਾ 'ਤੇ ਨਿਰਭਰ ਹਨ। 84 ਲੱਖ ਜੂਨੀਆਂ ਦੇ ਵਿੱਚੋਂ 83 ਲੱਖ ਜੂਨੀਆਂ ਪਰਮਾਤਮਾ ਦੇ ਨਿਰਭਰ ਨੇ। ਪਰਮਾਤਮਾ ਉਹਨਾਂ ਨੂੰ ਖਾਣ ਨੂੰ ਦਿੰਦਾ ਹੈ। ਅਸੀਂ ਉਹਨਾਂ ਨੂੰ ਖਾਣ ਦੇ ਜਿਹੜੇ ਅਸੀਂ ਆਪ ਪਾਲ ਰੱਖੇ ਨੇ, ਕੋਈ ਡੰਗਰ ਪਾਲੇ ਹੋਏ ਨੇ, ਕੋਈ ਜਾਨਵਰ ਹੋਰ ਪਾਲਿਆ ਹੋਇਆ ਹੈ, ਕਿਉਂਕਿ ਉਹਨਾਂ ਨੂੰ ਅਸੀਂ ਰੱਖਿਆ ਹੋਇਆ, ਅਸੀਂ ਗੁਲਾਮ ਬਣਾਇਆ ਹੋਇਆ, ਉਹਨਾਂ ਦੀ ਪਾਲਣਾ ਪੋਸ਼ਣਾ ਸਾਡਾ ਫਰਜ਼ ਹੈ। ਹੁਣ ਸਵਾਲ ਪੈਦਾ ਮਨੁੱਖ ਹੈ, ਮਨੁੱਖ ਦੇ ਅੰਦਰ ਹਉਂ ਹੁੰਦੀ ਹੈ, ਇਹ ਪਰਮਾਤਮਾ ਦੇ ਨਿਰਭਰ ਨਹੀਂ ਹੈ। ਇਹ ਕਹਿੰਦਾ ਮੈਂ ਆਹ ਕਰਦਾ ਹਾਂ, ਮੈਂ ਕਰ ਸਕਦਾ ਹਾਂ, ਮੈਂ ਕਰਾਂਗਾ। ਹਉਂ ਭਾਵਨਾ ਹੋਣ ਕਰਕੇ ਪਰਮਾਤਮਾ ਕਹਿੰਦਾ ਫਿਰ ਚੰਗਾ ਕਰਦਾ ਤੇ ਕਰ ਲੈ, ਫਿਰ ਆਪਣਾ ਕਮਾ ਲੈ, ਖਾ ਲੈ। ਪਰ ਜਿਹੜੇ ਲੋਕ ਭਜਨ ਬੰਦਗੀ ਕਰਦੇ ਰਹਿੰਦੇ ਨੇ ਅਤੇ ਪਰਮਾਤਮਾ 'ਤੇ ਨਿਰਭਰ ਰਹਿੰਦੇ ਨੇ, ਫਿਰ ਪਰਮਾਤਮਾ ਉਹਨਾਂ ਨੂੰ ਪਾਲਦਾ ਹੈ। ਇਸ ਕਰਕੇ ਇਹ ਬੰਦੇ ਜਿਹੜੀ ਹਉਂ ਹੈ, ਇੱਕ ਤਾਂ ਇਹ ਭੁੱਖਿਆ ਮਾਰਦੇ ਉਹਨੂੰ,
ਦੂਸਰਾ, ਪਰਮਾਤਮਾ ਨੇ ਤਾਂ ਬਹੁਤ ਕੁਛ ਪੈਦਾ ਕੀਤਾ ਸੰਸਾਰ, ਕਿਸੇ ਚੀਜ਼ ਦੀ ਕਮੀ ਨਹੀਂ। ਇਹ ਤੇ ਕਾਣੀ ਵੰਡ ਹੋਣ ਕਰਕੇ ਕੋਈ ਬਹੁਤਾ ਲੈ ਗਿਆ, ਕੋਈ ਥੋੜ੍ਹਾ ਲੈ ਗਿਆ। ਤਕੜਾ ਬਹੁਤਾ ਲੈਂਦਾ, ਅਮੀਰ ਬਹੁਤਾ ਲੈਂਦਾ, ਗਰੀਬ ਵਿਚਾਰੇ ਕੋਲ ਥੋੜ੍ਹਾ ਰਹਿ ਜਾਂਦਾ ਹੈ। ਇਸ ਤਰ੍ਹਾਂ ਕਾਰਨ ਨੇ। ਸੋ ਗੁਰੂ ਮਹਾਰਾਜ ਕਹਿੰਦੇ, ਜਲ ਥਲ ਪੂਰ ਰਿਹਾ ਮਿਹਰਬਾਨ। ਪਰਮਾਤਮਾ ਮਿਹਰਬਾਨ ਹੈ, ਉਹ ਸਾਰੇ ਥਾਵਾਂ 'ਤੇ ਵਸਦਾ ਹੈ। ਪੂਰ ਮੈਨੇ ਵਸਣਾ, ਪਾਣੀ 'ਚ ਵਸਦਾ ਹੈ, ਥਲ ਧਰਤੀ 'ਤੇ ਵਸਦਾ ਹੈ, ਉਹ ਸਭ ਥਾਂ 'ਤੇ ਵਸਦਾ ਹੈ। ਸਦ ਬਲਿਹਾਰ ਜਾਈਏ ਕੁਰਬਾਨ, ਉਸ ਤੋਂ ਸਦਾ ਹੀ ਬਲਿਹਾਰ ਜਾਣਾ ਚਾਹੀਦਾ ਹੈ, ਸਦਾ ਹੀ ਕੁਰਬਾਨ ਜਾਣਾ ਚਾਹੀਦਾ ਹੈ। ਰਿਣਸ ਰੈਣ ਦਿਨਸ ਤਿਸ ਸਦਾ ਧਿਆਈ, ਜੇ ਖਿਨ ਮੈਂ ਸਗਲ ਉਧਾਰੇ ਜੀ। ਜੇ ਤੇ ਪੜੋਗੇ ਰੈਣ ਦਿਨਸ ਤੇ ਸਦਾ ਧਿਆਈ, ਜੇ ਖਿਨ ਮੈਂ ਸਗਲ ਉਧਾਰੇ ਜੀ। ਫਿਰ ਤਾਂ ਤੇ ਮੈਂ ਦਿਨ ਰਾਤ ਉਸ ਦਾ ਸਿਮਰਨ ਕਰਦਾ, ਜਿਹੜਾ 1 ਸੈਕਿੰਡ ਦੇ ਵਿੱਚ ਸਭ ਦਾ ਭਲਾ ਕਰ ਦਿੰਦਾ, ਪਾਰ ਉਤਾਰਾ ਕਰ ਦਿੰਦਾ। ਹੁਣ ਕਿਉਂਕਿ ਇੱਥੇ ਮੈਂ ਦੀ ਭਾਵਨਾ ਨਹੀਂ ਹੈਗੀ, ਇਸ ਲਈ ਰਹਿਣ ਦਿਨਸ ਤਿਸ ਸਦਾ ਧਿਆਈ, ਜੇ ਖਿਰ ਮੈਂ ਸਗਲ ਉਧਾਰੇ ਜੀ। ਦਿਨ ਰਾਤ ਸਦਾ ਉਸ ਨੂੰ ਧਿਆਉਣਾ ਚਾਹੀਦਾ ਹੈ, ਜਿਹੜਾ 1 ਸੈਕਿੰਡ ਦੇ ਵਿੱਚ ਸਭ ਦਾ ਪਾਰ ਉਤਾਰਾ ਕਰ ਦਿੰਦਾ ਹੈ। ਰਾਖ ਲਈਏ ਸਗਲੇ ਪ੍ਰਭਾਪੇ, ਪਰਮਾਤਮਾ ਸਾਰਿਆਂ ਦੀ ਰੱਖਿਆ ਕਰਦਾ ਹੈ। ਉਤਰ ਗਏ ਸਭ ਸੋਗ ਸੰਤਾਪੇ। ਹੁਣ ਫਿਰ ਜਦੋਂ ਰੱਖਿਆ ਕਰਦਾ ਤਾਂ ਫਿਰ ਸਾਰੇ ਸੋਗ ਸੰਤਾਪ ਚਿੰਤਾ ਸਭ ਖਤਮ ਹੋ ਜਾਂਦੀ। ਨਾਮ ਜਪਤ ਮਨ ਤਨ ਹਰਿਆਵਲ, ਨਾਮ ਜਪ ਕੇ ਮਨ ਅਤੇ ਤਨ ਹਰਿਆ ਭਰਿਆ ਹੋ ਜਾਂਦਾ ਹੈ। ਹੁਣ ਮੰਨ ਲਓ ਮਨ ਉਦਾਸ ਹੈ ਕਿਸੇ ਕਾਰਨ ਕਰਕੇ, ਜੇ ਤਾਂ ਭਜਨ ਬੰਦਗੀ ਵਾਲੇ ਪਾਸੇ ਲੱਗ ਕੇ ਧਿਆਨ ਭਜਨ ਬੰਦਗੀ ਵਾਲੇ ਪਾਸੇ ਹੋ ਜਾਏਗਾ, ਉਦਾਸੀ ਕੁਝ ਸਮੇਂ ਲਈ ਖਤਮ ਹੋ ਜਾਏਗੀ। ਜਿਵੇਂ ਇੱਕ ਬਿਮਾਰ ਬੰਦਾ ਹੈ, ਜੇ ਤਾਂ ਉਹਦੇ ਕੋਲ ਬੈਠੇ ਰਹੋ, ਕੋਈ ਗੱਲਬਾਤ ਕਰਦੇ ਰਹੋ, ਉਹਦਾ ਧਿਆਨ ਬਿਮਾਰੀ ਵੱਲੋਂ ਹਟਿਆ ਰਹਿੰਦਾ ਹੈ, ਉਹ ਸੁੱਖ ਮਹਿਸੂਸ ਕਰਦਾ। ਜਦੋਂ ਉਹ ਇਕੱਲਾ ਹੁੰਦਾ ਹੈ ਫਿਰ ਉਹਦਾ ਸਾਰਾ ਧਿਆਨ ਬਿਮਾਰੀ ਵੱਲ ਹੁੰਦਾ ਹੈ ਅਤੇ ਉਹ ਦੁਖੀ ਹੁੰਦਾ ਰਹਿੰਦਾ ਹੈ। ਆਹ ਜਿਹੜਾ ਹੁਣ ਸਰਕਾਰ 15 ਦਿਨਾਂ ਲਈ 17 ਦਿਨਾਂ ਲਈ ਜਿਹਨੂੰ ਕਿ ਤੈਨੂੰ ਹੈ ਕਰੋਨਾ, ਉਹਨੂੰ ਘਰ 'ਚ ਬੰਦ ਕਰ ਦੇ, ਨਜ਼ਰਬੰਦ ਕਰ ਦਿੰਦੇ ਨੇ। ਘਰ ਦੇ ਜੀ ਉਹਦੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ, ਉਹਦੇ ਕੋਲ ਬੈਠਣ ਨੂੰ ਤਿਆਰ ਨਹੀਂ, ਉਹ ਇਕੱਲਤਾ ਮਹਿਸੂਸ ਕਰਦਾ ਹੈ। ਉਹਦੇ ਡਿਪਰੈਸ਼ਨ 'ਚ ਚਲੇ ਜਾਣ ਦਾ ਖਤਰਾ ਰਹਿੰਦਾ ਹੈ। ਕਿਉਂ? ਜਿਹੜੀ ਇਕੱਲਤਾ ਹੈ, ਇਹ ਹਰ ਬੰਦਾ ਇਕੱਲਾ ਨਹੀਂ ਰਹਿ ਸਕਦਾ ਹੁੰਦਾ। ਇਕਾਂਤ ਹੋਰ ਗੱਲ ਹੈ, ਇਕੱਲਤਾ ਹੋਰ ਗੱਲ ਹੈ। ਭਜਨ ਬੰਦਗੀ ਵਾਲੇ ਇਕਾਂਤ ਚਾਹੁੰਦੇ ਨੇ, ਪਰ ਉਹ ਇਕੱਲੇ ਨਹੀਂ ਰਹਿੰਦੇ। ਯਾਦ ਰੱਖਣਾ, ਭਜਨ ਬੰਦਗੀ ਵਾਲਾ ਇਕੱਲਾ ਨਹੀਂ ਰਹਿੰਦਾ, ਉਹ ਭਜਨ ਬੰਦਗੀ ਵਾਲਿਆਂ ਦੇ ਵਿੱਚ ਹੀ ਰਹਿੰਦਾ ਹੈ। ਪਹਿਲਾਂ ਲੋਕ ਘਰ-ਬਾਰ ਛੱਡ ਕੇ ਜੰਗਲਾਂ ਪਹਾੜਾਂ 'ਚ ਚਲੇ ਜਾਂਦੇ ਸਨ, ਪਰ ਉੱਥੇ ਵੀ ਇਕੱਲਾ ਨਹੀਂ ਸੀ ਰਹਿੰਦਾ, ਉੱਥੇ ਦੂਜੇ ਸਾਧੂ ਉਹਦੇ ਨਾਲ ਹੁੰਦੇ ਸਨ, ਪਰ ਹੁੰਦੀ ਇਕਾਂਤ ਸੀ। ਰੌਲਾ ਰੱਪਾ ਸੰਸਾਰ ਦਾ ਨਹੀਂ ਸੀ ਹੁੰਦਾ। ਇੱਕ ਉਹਦੀ ਇਕੱਲਤਾ, ਬਈ ਕੋਈ ਗੱਲਬਾਤ ਹੀ ਕਰਨ ਵਾਲਾ ਨਾਲ ਨਹੀਂ ਹੈਗਾ। ਉਹ ਕੀ ਕਰਦਾ ਫਿਰ? ਬੰਦਾ ਉਸੇ ਬਾਰੇ ਹੀ ਸੋਚੀ ਜਾਂਦਾ ਹੈ, ਕਿਤੇ ਮੈਨੂੰ ਕਰੋਨਾ ਪੂਰਾ ਨਾ ਹੋ ਜੇ, ਕਿਤੇ ਮੈਨੂੰ ਹਸਪਤਾਲ ਨਾ ਦਾਖਲ ਹੋਣਾ ਪੈ ਜੇ। ਉਹ ਇਸ ਤਰ੍ਹਾਂ ਸੋਚਦਾ ਰਹਿੰਦਾ। ਅੱਜ ਜਿਹੜਾ ਡਿਪਰੈਸ਼ਨ ਹੈ, ਇੱਕ ਤਾਂ ਬਿਮਾਰੀ ਹੈ, ਇਹ ਕਿਸੇ ਨੂੰ ਵੀ ਹੋ ਸਕਦੀ ਹੈ। ਪਹਿਲਾਂ ਕਿਹਾ ਜਾਂਦਾ ਸੀ ਜਿਸ ਬੰਦੇ ਨੂੰ ਚਿੰਤਾ ਰਹਿੰਦੀ ਹੈ ਜੀ, ਉਹਨੂੰ ਡਿਪਰੈਸ਼ਨ ਹੋ ਜਾਂਦਾ। ਨਹੀਂ, ਇਹ ਹੁਣ ਇੱਕ ਬਿਮਾਰੀ ਚੱਲ ਪਈ ਹੈ। ਮੇਰੇ ਕੋਲ ਨੌਜਵਾਨ ਬੱਚੇ ਆਉਂਦੇ ਨੇ, ਉਹਨਾਂ ਨੂੰ ਡਿਪਰੈਸ਼ਨ ਹੋਇਆ ਹੁੰਦਾ ਹੈ। ਇੱਕ ਹੈ ਇਕੱਲਤਾ ਜਿਹੜੀ ਹੈ, ਇਹ ਵੀ ਡਿਪਰੈਸ਼ਨ ਪੈਦਾ ਕਰਦੀ ਬੰਦੇ ਨੂੰ। ਸੋ ਇਕਾਂਤ ਹੋਰ ਚੀਜ਼ ਹੈ, ਇਕੱਲਤਾ ਹੋਰ ਚੀਜ਼ ਹੁੰਦੀ ਹੈ। ਸੋ ਕਹਿੰਦੇ ਨਾਮ ਜਤ ਮਨ ਤਨ ਹਰਿਆਵਲ, ਨਾਮ ਜਾ ਕੇ ਮਨ ਤਨ ਹਰਿਆ ਭਰਿਆ ਹੋ ਜਾਂਦਾ ਹੈ। ਇਸ ਲਈ ਜਦੋਂ ਮਰੀਜ਼ ਕੋਲ ਜਾਓ ਹਾਲ ਚਾਲ ਪੁੱਛਣ,
ਕਦੇ ਵੀ ਨੈਗੇਟਿਵ ਸੋਚ ਲੈ ਕੇ ਨਾ ਜਾਓ, ਕਦੇ ਵੀ ਉਹਦੇ ਨਾਲ ਨੈਗੇਟਿਵ ਗੱਲਾਂ ਨਾ ਕਰੋ ਵੀ ਇਸ ਬਿਮਾਰੀ ਨੇ ਫਲਾਣਾ ਮਰ ਗਿਆ ਸੀ, ਫਲਾਣਾ ਮਰ ਗਿਆ, ਬੜੀ ਖਤਰਨਾਕ ਬਿਮਾਰੀ ਹੈ ਜੀ। ਇਸ ਤਰ੍ਹਾਂ ਗੱਲਾਂ ਨਹੀਂ ਕਰਨੀਆਂ ਮਰੀਜ਼ ਕੋਲ ਜਾ ਕੇ। ਸਗੋਂ ਕਹਿਣਾ ਇਸ ਬਿਮਾਰੀ ਫਲਾਣਾ ਵੀ ਬਚ ਗਿਆ ਸੀ, ਫਲਾਣਾ ਵੀ ਬਚ ਗਿਆ, ਫਲਾਣਾ ਤੂੰ ਵੀ ਭਾਈ ਬਚ ਜਾਏਗਾ, ਤੂੰ ਬਚ ਜਾਏਗਾ। ਉਸ ਤਰ੍ਹਾਂ ਚੜ੍ਹਦੀਆਂ ਕਲਾਂ 'ਚ ਹੁੰਦਾ ਹੈ। ਜਾਂ ਫਿਰ ਉਹ ਨਾਮ ਜਪਦਾ ਰਹੇ, ਉਹਦਾ ਧਿਆਨ ਭਜਨ ਬੰਦਗੀ ਵੱਲ ਹੋਵੇ, ਉਧਰ ਬਿਮਾਰੀ ਵੱਲੋਂ ਹਟ ਜਾਏ, ਤਾਂ ਫਿਰ ਜਿਹੜਾ ਮਨ ਹੈ ਹਰਿਆ ਭਰਿਆ ਹੋ ਜਾਂਦਾ ਹੈ। ਪ੍ਰਭ ਨਾਨਕ ਨਦਰ ਨਿਹਾਰੇ ਜੀ। ਜਦੋਂ ਪਰਮਾਤਮਾ ਕਿਰਪਾ ਦ੍ਰਿਸ਼ਟੀ ਨਾਲ ਕਿਸੇ ਵੱਲ ਵੇਖਦਾ ਹੈ, ਫਿਰ ਉਹ ਕਦੇ ਨਾਮ ਜਪਦਾ ਹੈ। ਨਾਮ ਜਪ ਕੇ ਉਹਦਾ ਮਨ ਤਨ ਹਰਿਆ ਭਰਿਆ ਹੋ ਜਾਂਦਾ ਹੈ। ਨਦਰ ਕਿਰਪਾ ਦ੍ਰਿਸ਼ਟੀ ਨੂੰ ਕਹਿੰਦੇ, ਨਿਹਾਰੇ ਹੁੰਦਾ ਦੇਖਣਾ। ਮਾਝ ਮਹਿਲਾ ਪੰਜਵਾਂ। ਜਿੱਥੈ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੌਬਾਰੇ। ਜਿੱਥੈ ਨਾਮ ਨ ਜਪੀਐ ਮੇਰੇ ਗੋਇੰਦਾ, ਈੜੀ ਤੇ ਬਿੰਦੀ ਲਾ ਕੇ ਬੋਲਣਾ। ਜਿੱਥੈ ਨਾਮ ਨ ਜਪੀਐ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਓ। ਹਰ ਰੁੱਖੀ ਰੋਟੀ ਖਾਏ ਸੰਭਾਲੇ, ਹਰ ਅੰਤਰ ਬਾਹਰ ਨਦਰ ਨਿਹਾਲੇ। ਖਾਏ ਖਾਏ ਕਰੇ ਬਦਫੈਲੀ, ਜਾਨ ਵਿਸੂ ਕੀ ਵਾੜੀ ਜੀਓ। ਸੰਤਾਂ ਸੇਤੀ ਰੰਗ ਨਾ ਲਾਏ, ਸਾਕਤ ਸੰਗ ਵਿਕਰਮ ਕਮਾਏ। ਇਹਨੂੰ ਵਿਕਰਮ ਨਹੀਂ ਪੜ੍ਹਨਾ। ਕਰਮ ਦੋ ਪ੍ਰਕਾਰ ਦੇ ਹੁੰਦੇ ਨੇ, ਇੱਕ ਉਹਦੇ ਸੁਕਰਮ, ਇੱਕ ਹੁੰਦੇ ਨੇ ਵਿਕਰਮ, ਜਿਹਨੂੰ ਕੁਕਰਮ ਵੀ ਕਹਿੰਦੇ ਨੇ। ਵਿਕਰਮ ਹੁੰਦਾ ਭੈੜੇ ਕੰਮ, ਸੁਕਰਮ ਹੁੰਦਾ ਚੰਗੇ ਕੰਮ। ਸਾਕਤ ਸੰਗ ਵਿਕਰਮ ਕਮਾਏ। ਦੁਲਭ, ਇਹਨੂੰ ਦੁਲਭ ਨਹੀਂ ਪੜ੍ਹਨਾ। ਲੱਭ ਹੈ, ਦੋ ਹੁੰਦਾ ਜਿਹੜਾ ਮਸਾਂ ਲੱਭੇ, ਦੁਲਭ। ਪੂਰਾ ਸ਼ਬਦ ਹੈ ਦੁਰਲਭ, ਜਿਹੜਾ ਮਸਾਂ ਲੱਭੇ, ਉਸ ਤੋਂ ਛੋਟਾ ਬਣਾਇਆ ਦੁਲਭ। ਦੁਲਭ ਦੇ ਖੋਈ ਅਗਿਆਨੀ, ਜੜ ਆਪਣੀ ਆਪ ਉਪਾੜੀ ਜੀਓ। ਤੇਰੀ ਸ਼ਰਨ ਮੇਰੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰ ਗੋਪਾਲਾ। ਕਰ ਕਿਰਪਾ ਨਾਨਕ ਗੁਣ ਗਾਵੇ, ਰੱਖੋ ਸ਼ਰਮ ਅਸਾੜੀ ਜੀਓ। ਪੰਚਮ ਪਾਤਸ਼ਾਹ ਕਹਿੰਦੇ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ। ਜਿੱਥੇ ਪਿਆਰੇ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ, ਸੇ ਅਸਥਿਲ ਸੋਇਨ ਚਬਾਰੇ। ਅਸਥਿਲ ਦੇ ਉਜਾੜ ਥਾਂ, ਜਿੱਥੇ ਕੋਈ ਵਸੋਂ ਨਾ ਹੋਵੇ। ਉਹ ਉਜਾੜ ਥਾਂ ਵੀ ਐਂ ਲੱਗਦੀ ਜਿਵੇਂ ਸੋਨੇ ਦੇ ਚਬਾਰੇ ਹੋਣ। ਸੋਇਨ ਸੋਨੇ ਨੂੰ ਕਹਿੰਦੇ। ਉਹ ਉਜਾੜ ਥਾਂ ਵੀ ਸੋਨੇ ਦੇ ਚਬਾਰਿਆਂ ਵਰਗੀ ਲੱਗਦੀ ਹੈ, ਭਾਵੇਂ ਉਜਾੜ ਥਾਂ ਦੇ ਜਿੱਥੇ ਬੈਠ ਕੇ ਤੁਸੀਂ ਨਾਮ ਜਪੋਗੇ। ਫਿਰ ਉਜਾੜ ਨਹੀਂ ਰਹਿੰਦੇ, ਐਂ ਲੱਗਦੇ ਜੋ ਸੋਨੇ ਦੇ ਚਬਾਰੇ ਹੋਣ। ਤੇ ਜਿੱਥੇ ਨਾਮ ਨ ਜਪੀਐ ਮੇਰੇ ਗੋਇੰਦ, ਹੇ ਮੇਰੇ ਪਰਮਾਤਮਾ, ਜਿੱਥੇ ਨਾਮ ਨਹੀਂ ਜਪਿਆ ਜਾਂਦਾ, ਸਹੀ ਨਗਰ ਉਜਾੜੀ ਜੀਓ। ਉਹ ਸ਼ਹਿਰ ਹੋਣ ਦੇ ਬਾਵਜੂਦ ਹੀ ਉਜਾੜ ਦੀ ਤਰ੍ਹਾਂ ਹਨ। ਕਹਿੰਦੇ ਜਿੱਥੇ ਨਾਮ ਜਪਿਆ ਜਾਂਦਾ ਉਹ ਉਜਾੜ ਵੀ ਸੋਨਿਆਂ ਦੇ ਚੁਬਾਰੇ ਵਰਗੀ ਹੈ, ਅਤੇ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਉਹ ਸ਼ਹਿਰ ਵੀ ਉਜਾੜ ਵਰਗੇ ਹੁੰਦੇ ਹਨ। ਸੋ ਗੁਰਬਾਣੀ ਕਹਿੰਦੇ ਤੁਸੀਂ ਜਿੱਥੇ ਵੀ ਹੋ ਨਾਮ ਜਪਿਆ ਕਰੋ। ਨਾਮ ਨੂੰ ਬਹੁਤ ਜ਼ਿਆਦਾ ਮਹਿਮਾ ਗੁਰਬਾਣੀ ਦਿੱਤੀ ਗਈ ਹੈ। ਹਰ ਰੁੱਖੀ ਰੋਟੀ ਖਾਏ ਸੰਭਾਲੇ। ਜਿਹੜਾ ਇਨਸਾਨ ਰੁੱਖੀ ਸੁੱਖੀ ਖਾ ਕੇ ਪਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਹੈ, ਸੰਭਾਲੇ ਯਾਦ ਕਰਦਾ। ਰੁੱਖੀ ਰੋਟੀ ਖਾਏ ਹਰ ਸੰਭਾਲੇ, ਐਂ ਅਰਥ ਕਰਨ ਸੋਚਣਾ। ਜਿਹੜਾ ਰੁੱਖੀ ਰੋਟੀ ਖਾ ਕੇ ਵੀ ਹਰੀ ਨੂੰ ਯਾਦ ਕਰਦਾ ਹੈ,
ਹਰ ਅੰਤਰ ਬਾਹਰ ਨਦਰ ਨਿਹਾਲੇ। ਫਿਰ ਪਰਮਾਤਮਾ ਸਭ ਥਾਂ 'ਤੇ, ਅੰਤਰ ਬਾਹਰ, ਅੰਦਰ ਵੀ ਬਾਹਰ ਪਾ, ਸਭ ਥਾਂ 'ਤੇ। ਫਿਰ ਪਰਮਾਤਮਾ ਸਭ ਥਾਂ 'ਤੇ ਉਸ ਨੂੰ ਕਿਰਪਾ ਦ੍ਰਿਸ਼ਟੀ ਨਾਲ ਵੇਖਦਾ ਹੈ, ਕਿਉਂਕਿ ਪਰਮਾਤਮਾ ਤਾਂ ਉਹਨੂੰ ਪਿਆਰ ਕਰਦਾ ਜਿਹੜਾ ਉਹਦਾ ਨਾਮ ਜਪਦਾ ਹੈ। ਇਸ ਲਈ ਉਹ ਨਾਮ ਜਪਣ ਵਾਲੇ ਫਿਰ ਸਾਰੇ ਥਾਂ 'ਤੇ ਖਿਆਲ ਰੱਖਦਾ, ਕਿਰਪਾ ਦ੍ਰਿਸ਼ਟੀ ਨੂੰ ਵੇਖਦਾ ਹੈ। ਖਾਏ ਖਾਏ ਕਰੇ ਬਦਫੈਲੀ, ਅਤੇ ਜਿਹੜਾ ਖਾ ਖਾ ਕੇ ਮਾੜੇ ਕੰਮ ਕਰਦਾ ਹੈ, ਦੁਰਾਚਾਰ ਕਰਦਾ ਹੈ, ਜਾਨ ਵਿਸੂ ਕੀ ਵਾੜੀ ਜੀਓ। ਵਿਸੂ ਜ਼ਹਿਰ ਨੂੰ ਕਹਿੰਦੇ ਨੇ, ਸੰਸਕ੍ਰਿਤ ਦਾ ਸ਼ਬਦ ਹੈ ਵਿਸ਼। ਵਿਸ਼ ਜ਼ਹਿਰ ਹੁੰਦੀ ਹੈ। ਪੁਰਾਣੀ ਹਿੰਦੀ 'ਚ ਵਿਸ ਹੁੰਦਾ ਸੀ, ਵਾਵਨ ਸਿਆਰੀ ਸੱਸੇ ਨੌਕੜ ਵਿਸੂ ਬੋਲਦੇ ਸੀ ਉਸਨੂੰ। ਇੱਥੇ ਦਲੈਂਕੜ ਨਾ ਪਾਇਆ, ਭਾਵ ਜ਼ਹਿਰ। ਜਾਨ ਵਿਸੂ ਕੀ ਵਾੜੀ ਜੀਓ। ਹੁਣ ਤਾਂ ਜ਼ਹਿਰ ਦੀ ਵਾੜੀ ਸਮਝੋ, ਜਿਵੇਂ ਫੁੱਲ ਵਾੜੀ, ਉਹ ਵਾੜੀ ਜਿੱਥੇ ਫੁੱਲ ਹੋਣ, ਉਹ ਤਾਂ ਇਸ ਤਰ੍ਹਾਂ ਸਮਝੋ ਜਿਵੇਂ ਜ਼ਹਿਰ ਦੀ ਵਾੜੀ ਹੈ, ਜ਼ਹਿਰ ਤਿਆਰ ਕਰ ਰਹੇ ਹੋ। ਸੰਤਾਂ ਛੇਤੀ ਰੰਗ ਨਾ ਲਾਏ, ਜਿਹੜਾ ਪਰਮਾਤਮਾ ਦੇ ਸੰਤਾਂ ਨਾਲ ਪਿਆਰ ਨਹੀਂ ਕਰਦਾ, ਰੰਗ ਉਹਦਾ ਪਿਆਰ, ਛੇਤੀ ਮੇਰੇ ਨਾਲ। ਸੰਤਾਂ ਛੇਤੀ ਰੰਗ ਨਾ ਲਾਏ, ਜਿਹੜਾ ਸੰਤਾਂ ਦੇ ਨਾਲ ਪਿਆਰ ਨਹੀਂ ਕਰਦਾ, ਭਾਵ ਨਾਮ ਜਪਣ ਵਾਲਿਆਂ ਨੂੰ ਪਿਆਰ ਨਹੀਂ ਕਰਦਾ, ਸਾਕਤ ਸੰਗ ਨਾਸਤਕਾਂ ਨਾਲ ਰਲ ਕੇ ਵੇ ਕਰਮ ਕਮਾਏ, ਮਾੜੇ ਕੰਮ ਕਰਦਾ ਹੈ। ਜਿਹੜਾ ਸੰਤਾਂ ਦੀ ਸੰਗਤ ਨਹੀਂ ਕਰਦਾ, ਸੰਤਾਂ ਨੂੰ ਪਿਆਰ ਨਹੀਂ ਕਰਦਾ, ਸਗੋਂ ਜਿਹੜੇ ਨਾਸਤਕ ਲੋਕ ਹਨ, ਸਾਕਤ ਨਾਸਤਕ, ਉਹਨਾਂ ਦੀ ਸੰਗਤ 'ਚ ਆ ਕੇ ਮਾੜੇ ਕੰਮ ਕਰਦਾ ਹੈ। ਦੁਲੱਭ ਦੇ ਖੋਈ ਅਗਿਆਨੀ, ਐਂ ਸਮਝੋ ਵੀ ਇਸ ਅਗਿਆਨੀ ਨੇ ਜਿਹੜੀ ਦੁਰਲੱਭ ਦੇਹੀ ਸੀ, ਜਿਹੜੇ ਮਨੁੱਖਾ ਜੇ ਦੇਹੀ ਸੀ, ਉਹਨੂੰ ਵਿਅਰਥ ਹੀ ਗਵਾ ਲਿਆ, ਉਹ ਵਿਅਰਥ ਗਵਾ ਲਿਆ। ਜੜ ਆਪਣੀ ਆਪ ਉਪਾੜੀ ਜੀ, ਉਪਾੜੀ ਤਾਂ ਪੁੱਟ ਦੇਣਾ, ਉਹਨੇ ਤੇ ਆਪਣੀ ਜੜ ਆਪ ਹੀ ਪੁੱਟਦੀ ਹੈ, ਭਾਵ ਆਪਣਾ ਨੁਕਸਾਨ ਆਪ ਹੀ ਕਰ ਲਿਆ ਹੈ। ਤੇਰੀ ਸ਼ਰਨ ਮੇਰੇ ਦੀਨ ਦਿਆਲਾ, ਹੇ ਦੀਨਾਂ ਤੇ ਦਇਆ ਕਰਨ ਵਾਲੇ ਪ੍ਰਮਾਤਮਾ, ਮੈਂ ਤੇਰੀ ਸ਼ਰਨ 'ਚ ਹਾਂ। ਸੁਖ ਸਾਗਰ ਮੇਰੇ ਗੁਰ ਗੋਪਾਲ, ਹੇ ਗੁਰ ਗੋਪਾਲ, ਹੇ ਪ੍ਰਮਾਤਮਾ, ਤੂੰ ਸੁੱਖਾਂ ਦਾ ਸਾਗਰ ਹੈ। ਕਰ ਕਿਰਪਾ ਨਾਨਕ ਗੁਣ ਗਾਵੇ, ਕਹਿੰਦੇ ਮੇਰੇ 'ਤੇ ਕਿਰਪਾ ਕਰੋ ਵੀ ਮੈਂ ਤੁਹਾਡੇ ਗੁਣ ਗਾਵਾਂ। ਕਿਉਂਕਿ ਜੇ ਕੱਕੇ ਨੂੰ ਔਂਕੜ ਆ ਜੇ ਤਾਂ ਉੱਥੇ ਨਾਨਕ ਆਪ ਦਾ ਭਾਵ ਹੁੰਦਾ ਹੈ, ਵੀ ਗੁਰੂ ਨਾਨਕ ਦੇਵ ਜੀ ਕਹਿੰਦੇ ਕਰ ਕਿਰਪਾ ਨਾਨਕ ਗੁਣ ਗਾਵੇ, ਕਹਿੰਦੇ ਮੇਰੇ 'ਤੇ ਕਿਰਪਾ ਕਰੋ ਤਾਂ ਜੋ ਮੈਂ ਤੁਹਾਡੇ ਗੁਣ ਗਾ ਸਕਾਂ। ਰੱਖੋ ਸ਼ਰਮ ਸਾਡੀ ਜਿਓ, ਸਾਡੀ ਤੁਸੀਂ ਲਾਜ ਰੱਖੋ, ਸ਼ਰਮ ਸਾਡੀ ਤੁਸੀਂ ਇੱਜ਼ਤ ਰੱਖੋ, ਸਾਡੇ 'ਤੇ ਕਿਰਪਾ ਕਰੋ, ਅਸੀਂ ਤੁਹਾਡੇ ਗੁਣ ਗਾ ਸਕੀਏ। ਕਿਉਂਕਿ ਉਹਦੀ ਕਿਰਪਾ ਨਾਲ ਹੀ ਅਸਲੇ ਸਭ ਕੁਝ ਗੱਲ ਬਣਦੀ ਹੈ। ਜੋ ਨਾ ਚਾਹੇ ਬੰਦਾ ਕੋਈ ਨਹੀਂ ਭਜਨ ਬੰਦਗੀ ਕਰਦਾ, ਇਹ ਤਾਂ ਉਹਦੀ ਕਿਰਪਾ ਹੁੰਦੀ ਹੈ। ਕਈ ਵਾਰੀ ਦੇਖਣ ਵਾਲੇ ਜੇ ਗੁਰਦੁਆਰਿਆਂ ਦੇ ਨਜ਼ਦੀਕ ਰਹਿਣ ਵਾਲੇ ਕਈ ਵਾਰੀ ਲੋਕ ਨਾਸਤਕ ਹੁੰਦੇ ਨੇ, ਦੂਰ ਵਾਲੇ ਲੋਕ ਕਈ ਵਾਰੀ ਆਸਤਕ ਹੁੰਦੇ ਨੇ। ਕਿਉਂ? ਉਹਨਾਂ ਦੀ ਕਿਰਪਾ ਹੀ ਨਹੀਂ, ਉਹ ਨਜ਼ਦੀਕ ਹੁੰਦੇ ਹੋਏ ਵੀ ਕੋਈ ਲਾਭ ਨਹੀਂ ਉਠਾ ਸਕਦੇ। ਕਈ ਵਾਰੀ ਸੰਤ ਮਹਾਤਮਾ ਘਰ 'ਚ ਹੀ ਹੁੰਦਾ ਹੈ, ਪਰ ਪਰਮਾਤਮਾ ਦੀ ਕਿਰਪਾ ਨਹੀਂ ਹੁੰਦੀ, ਉਹ ਘਰ ਦੇ ਸੰਤ ਤੋਂ ਲਾਭ ਹੀ ਨਹੀਂ ਉਠਾਉਂਦਾ। ਤਾਂ ਹੀ ਕਹਾਵਤ ਬਣ ਗਈ, ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ। ਸੰਤ ਸੀਤਲ ਸਿੰਘ ਜੀ ਮਹਾਰਾਜ ਥੇੜੀ ਸਾਹਿਬ ਵਾਲੇ ਫਿਰ ਅਖੀਰ 'ਤੇ ਇੱਥੇ ਪਟਿਆਲੇ 'ਚ ਰਹਿਣ ਲੱਗ ਪਏ। ਫਿਰ ਉਹਨਾਂ ਦੀ ਡੈਥ ਹੋ ਗਈ। ਭੋਗ 'ਤੇ ਪਟਿਆਲੇ ਸੰਗਤ ਗਈ, ਉੱਥੋਂ ਪਿੰਡ ਦੇਣ ਵੀ ਆਉਣਾ ਸੀ।
ਉੱਥੇ ਕਾਰ ਹੀ ਕਾਰ, ਕਾਰ ਹੀ ਕਾਰ, ਕਾਰ ਹੀ ਕਾਰ, ਕੋਈ 150-200 ਕਾਰਾਂ ਉੱਥੇ ਖੜੀਆਂ। ਅਖੀਰ ਨੂੰ ਜਿਹੜਾ ਪਿੰਡ ਦਾ ਮੁਖੀਆ ਸੀ ਉਹ ਖੜਾ ਹੋਇਆ, ਕਹਿੰਦੇ ਸਾਨੂੰ ਤੇ ਪਤਾ ਨਹੀਂ ਸੀ ਸਾਡਾ ਬੰਦਾ ਸੰਤ ਹੈ, ਅਸੀਂ ਕੋਲ ਰਹਿੰਦੇ ਹੋਏ ਇਹਨਾਂ ਤੋਂ ਲਾਭ ਨਾ ਉਠਾ ਸਕੇ। ਆਹ ਪਟਿਆਲੇ ਵਾਲੀ ਕਿੱਡੀ ਦੂਰ ਰਹਿੰਦੇ ਸਨ, ਇਹ ਉਹਨਾਂ ਤੋਂ ਲਾਭ ਉਠਾ ਗਏ। ਇਸ ਲਈ ਕਈ ਵਾਰੀ ਕੋਲ ਰਹਿੰਦੇ ਹੋਇਆਂ ਪਤਾ ਹੀ ਨਹੀਂ ਹੁੰਦਾ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਵੀ ਸਾਡੇ 'ਤੇ ਕਿਰਪਾ ਕਰੋ, ਅਸੀਂ ਤੇਰੇ ਗੁਣ ਗਾ ਸਕੀਏ। ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੁੰਦਾ ਹੈ। ਮਾਝ ਮਹਿਲਾ ਪੰਜਵਾਂ। ਚਰਨ ਠਾਕੁਰ ਕੇ ਹਿਰਦੈ ਸਮਾਣੇ, ਕਾਲ ਕਲੇਸ਼ ਸਭ ਦੂਰ ਪਇਆਣੇ, ਸ਼ਾਂਤ ਸੂਖ ਸਹਿਜ ਧੁਨ ਉਪਜੀ, ਸਾਧੂ ਸੰਗ ਨਿਵਾਸਾ ਜੀਓ। ਲਾਗੀ ਪ੍ਰੀਤ ਨਾ ਟੂਟੈ ਮੂਲੇ, ਹਰ ਅੰਤਰ ਬਾਹਰ ਰਿਹਾ ਭਰਪੂਰੇ, ਸਿਮਰ 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 ਗੁਣ ਗਾਵਾਂ, ਕਾਟੀ ਜਮ ਕੀ ਫਾਂਸਾ ਜੀਓ। ਅੰਮ੍ਰਿਤ ਵਰਖੈ ਅਨਹਦ ਬਾਣੀ, ਮਨ ਤਨ ਅੰਤਰ ਸ਼ਾਂਤ ਸਮਾਣੀ, ਤ੍ਰਿਪਤ ਅਗਾਏ। ਇਹਨੂੰ ਅਕਾਏ ਨਹੀਂ ਪੜ੍ਹਨਾ, ਖਿਆਲ ਰੱਖਣਾ, ਇਹ ਪੰਜਾਬੀ ਦਾ ਸ਼ਬਦ ਨਹੀਂ, ਹਿੰਦੀ ਦਾ ਸ਼ਬਦ ਹੈ। ਤ੍ਰਿਪਤ ਅਗਾਏ ਰਹੇ ਜਨ ਤੇਰੇ, ਸਤਿਗੁਰ ਕੀਆ ਦਿਲਾਸਾ ਜੀਓ। ਜਿਸ ਕਾ ਸਾ ਤਿਸ ਤੇ ਫਲ ਪਾਇਆ, ਕਰ ਕਿਰਪਾ ਪ੍ਰਭ ਸੰਗ ਮਿਲਾਇਆ। ਆਵਣ ਜਾਨ ਰਹੇ ਵਡਭਾਗੀ, ਨਾਨਕ ਪੂਰਨ ਆਸਾ ਜੀਓ। ਪੰਚਮ ਪਾਤਸ਼ਾਹ ਫਿਰ ਫਰਮਾਨ ਕਰਦੇ ਨੇ, ਚਰਨ ਠਾਕੁਰ ਕੇ ਹਿਰਦੈ ਸਮਾਣੇ। ਜਦੋਂ ਪਰਮਾਤਮਾ ਦੇ ਚਰਨ ਹਿਰਦੇ 'ਚ ਵਸ ਜਾਂਦੇ ਨੇ। ਹੁਣ ਕੋਈ ਬੰਦਾ ਪੁੱਛਦਾ ਵੀ ਰੱਬ ਦੇ ਪੈਰ ਹੁੰਦੇ ਨੇ ਜੀ, ਫਿਰ ਕੀ ਰੱਬ ਬੰਦਾ ਹੈ ਕਿ ਜਾਨਵਰ ਹੈ ਕਿ ਪਸ਼ੂ ਹੈ? ਇੱਕ ਦੇਖੋ, ਇਹ ਹੈ ਕਵਿਤਾ। ਕਵਿਤਾ ਦੇ ਸ਼ਬਦੀ ਅਰਥ ਹੋਰ ਹੁੰਦੇ ਨੇ, ਭਾਵ ਅਰਥ ਹੋਰ ਹੁੰਦੇ ਨੇ। ਆਪ ਜੀ ਪੜ੍ਹੇ ਲਿਖੇ ਹੋ ਸਾਰੇ। ਇਹੀ ਕਾਰਨ ਹੈ ਕਿ ਵਾਰਤਕ ਨੂੰ ਬੱਚਾ ਆਪ ਪੜ੍ਹਦਾ ਰਹਿੰਦਾ ਹੈ, ਪਰ ਜਿੱਥੇ ਕਵਿਤਾ ਹੁੰਦੀ ਹੈ ਉਸ ਨੂੰ ਟੀਚਰ ਜਾਂ ਪ੍ਰੋਫੈਸਰ ਦੀ ਲੋੜ ਪੈਂਦੀ ਹੈ। ਕਵਿਤਾ ਨੂੰ ਬੱਚਾ ਆਪ ਨਹੀਂ ਸਮਝ ਸਕਦਾ, ਕਿਉਂਕਿ ਉਹਦਾ ਸ਼ਬਦੀ ਅਰਥ ਹੋਰ ਹੁੰਦਾ ਹੈ, ਭਾਵ ਅਰਥ ਹੋਰ ਹੁੰਦਾ ਹੈ। ਇੱਥੇ ਸ਼ਬਦੀ ਅਰਥ ਨਹੀਂ ਲੈਣਾ, ਫਿਰ ਤੁਸੀਂ ਚੱਕਰ 'ਚ ਪੈ ਜਾਓਗੇ ਵੀ ਜੇ ਰੱਬ ਦੇ ਪੈਰ ਹੁੰਦੇ ਨੇ ਤਾਂ ਫਿਰ ਜਾਂ ਫਿਰ ਪੈਰ ਵਾਲੇ ਜਾਂ ਬੰਦੇ ਦੇ ਨੇ, ਜਾਂ ਜਾਨਵਰ ਦੇ ਨੇ, ਜਾਂ ਪਸ਼ੂ ਦੇ ਨੇ, ਵੀ ਫਿਰ ਰੱਬ ਕੀ ਹੈ? ਇਹ ਤਾਂ ਗੱਲ ਸਮਝਾਉਣ ਲਈ ਲਿਖਿਆ ਹੁੰਦਾ, ਤਾਂ ਜੋ ਸਾਨੂੰ ਆਮ ਲੋਕਾਂ ਨੂੰ ਸਮਝ ਆ ਜਾਏ। ਭਾਵ ਹੈ ਪਰਮਾਤਮਾ ਦਾ ਨਾਮ, ਚਰਨ ਠਾਕੁਰ ਕੇ ਹਿਰਦੈ ਸਮਾਣੇ। ਜਦੋਂ ਪਰਮਾਤਮਾ ਦੀ ਯਾਦ ਹਿਰਦੇ ਵਿੱਚ ਵਸ ਜਾਂਦੀ ਹੈ ਨਾ, ਫਿਰ ਕਿਹਦਾ ਕਾਲ ਕਲੇਸ਼ ਸਭ ਦੂਰ ਪਇਆਣੇ। ਦੂਰ ਪਇਆਣੇ ਮੈਨੇ ਦੂਰ ਹੋ ਜਾਂਦੇ ਹਨ, ਸਾਰੇ ਕਲਾ ਕਲੇਸ਼ ਖਤਮ ਹੋ ਜਾਂਦੇ, ਦੂਰ ਹੋ ਜਾਂਦੇ ਨੇ। ਹਮੇਸ਼ਾ ਕਲਾ ਕਲੇਸ਼ ਅੰਦਰ ਚੱਲਦੀ ਰਹਿੰਦੀ ਹੈ, ਮਨ ਅਸ਼ਾਂਤ ਰਹਿੰਦਾ ਹੈ, ਇਹਦੇ ਅੰਦਰ ਕਸ਼ਮਕਸ਼ ਚੱਲਦੀ ਰਹਿੰਦੀ ਹੈ। ਫਿਰ ਕਹਿੰਦੇ ਉਹ ਜਿਹੜੀ ਕਲਾ ਕਲੇਸ਼ ਹੈ ਉਹ ਖਤਮ ਹੋ ਜਾਂਦੀ ਹੈ, ਉਹ ਦੂਰ ਚਲੀ ਜਾਂਦੀ ਹੈ। ਫਿਰ ਕੀ ਹੁੰਦਾ? ਉਹਦੀ ਥਾਂ 'ਤੇ ਸ਼ਾਂਤ ਸੂਖ ਸਹਿਜ ਧੁਨ ਉਪਜੀ, ਸਾਧੂ ਸੰਗ ਨਿਵਾਸਾ ਜੀ। ਜਦੋਂ ਗੁਰੂ ਦੇ ਨਾਲ ਨਿਵਾਸ ਹੁੰਦਾ ਹੈ, ਗੁਰੂ ਦੀ ਸੰਗਤ ਦੇ ਵਿੱਚ ਬੰਦਾ ਰਹਿਣ ਲੱਗ ਜਾਂਦਾ ਹੈ, ਉਹਦੇ ਅੰਦਰ ਫਿਰ ਕੀ ਹੁੰਦਾ? ਸ਼ਾਂਤੀ ਪੈਦਾ ਹੋ ਜਾਂਦੀ ਹੈ, ਸੁੱਖ ਪ੍ਰਾਪਤ ਉਹਨੂੰ ਹੋ ਜਾਂਦੇ ਨੇ। ਸਹਿਜ ਧੁਨ ਉਪਜੀ, ਉਹਦੇ ਅੰਦਰ ਸਹਿਜ ਅਵਸਥਾ ਪੈਦਾ ਹੋ ਜਾਂਦੀ ਹੈ, ਉਹਦੇ ਸਹਿਜ ਅਵਸਥਾ ਪੈਦਾ ਹੋ ਜਾਂਦੀ ਹੈ। ਉਹ ਨਾਮ ਦੇ ਵਿੱਚ ਆਨੰਦ ਆਉਂਦਾ ਰਹਿੰਦਾ ਹੈ। ਸੋ ਇਸ ਲਈ ਪਰਮਾਤਮਾ ਦੀ ਯਾਦ ਹਿਰਦੇ ਤਾਂ ਹੀ ਵਸੇ ਜੇ ਅਸੀਂ ਪਰਮਾਤਮਾ ਨੂੰ ਯਾਦ ਕਰਦੇ ਰਹੀਏ, ਕਰਦੇ ਰਹੀਏ, ਕਰਦੇ ਰਹੀਏ, ਕਰਦੇ ਰਹੀਏ। ਕਿਉਂਕਿ
ਬੰਦੇ ਦੀ ਯਾਦ ਨੂੰ ਵਸਾਉਣਾ ਆਸਾਨ ਹੁੰਦਾ, ਉਹ ਸਾਹਮਣੇ ਦਿਸਦਾ ਹੁੰਦਾ। ਪਰਮਾਤਮਾ ਦੀ ਯਾਦ ਨੂੰ ਵਸਾਉਣਾ ਇਸ ਲਈ ਔਖਾ ਕਿ ਪਰਮਾਤਮਾ ਸਾਹਮਣੇ ਦਿਸਦਾ ਨਹੀਂ ਹੈ। ਉਹ ਤਾਂ ਜਦੋਂ ਅਸੀਂ ਉਹਨੂੰ ਯਾਦ ਕਰੀ ਜਾਂਦੇ ਹਾਂ, ਫਿਰ ਸਾਡਾ ਪਰਮਾਤਮਾ ਨਾਲ ਹੌਲੀ ਹੌਲੀ ਪਿਆਰ ਹੋ ਜਾਂਦਾ ਹੈ। ਫਿਰ ਉਹ ਜਿਉਂ ਪਿਆਰ ਵੱਧਦਾ, ਫਿਰ ਪਰਮਾਤਮਾ ਦੀ ਯਾਦ ਹਿਰਦੇ 'ਚ ਵਸ ਜਾਂਦੀ ਹੈ। ਫਿਰ ਜਿੱਥੇ ਪਰਮਾਤਮਾ ਹੋਏਗਾ ਉੱਥੇ ਹੋਰ ਕੁਛ ਗਲਤ ਮਲਤ ਉੱਥੇ ਰਹਿ ਹੀ ਨਹੀਂ ਸਕਦਾ ਹੁੰਦਾ। ਲਾਗੀ ਪ੍ਰੀਤ ਨ ਟੂਟੈ ਮੂਲੇ। ਜੇ ਪਰਮਾਤਮਾ ਨਾਲ ਇੱਕ ਵਾਰੀ ਪਿਆਰ ਪੈ ਜਾਣਾ, ਇਹ ਬਿਲਕੁਲ ਨਹੀਂ ਟੁੱਟਦਾ। ਸੰਸਾਰੀ ਪਿਆਰ ਤੇ ਟੁੱਟ ਜਾਂਦੇ ਨੇ। ਸੰਸਾਰੀ ਪਿਆਰ ਆਮ ਤੌਰ 'ਤੇ ਟੁੱਟ ਜਾਂਦੇ ਨੇ। ਕਿਉਂ? ਐਕਚੁਅਲੀ ਉਹ ਪਿਆਰ ਨਹੀਂ ਹੁੰਦਾ। ਜਿਹਨੂੰ ਆ ਪਿਆਰ ਕਹਿੰਦੇ ਲੋਕ, ਉਹ ਐਕਚੁਅਲੀ ਮੋਹ ਹੁੰਦਾ, ਅਤੇ ਮੋਹ ਦੇ ਮਗਰ ਸਵਾਰਥ ਹੁੰਦਾ। ਬੱਚਿਆਂ ਦਾ, ਧੀ ਪੁੱਤ ਦਾ ਮਾਂ ਬਾਪ ਨਾਲ ਪਿਆਰ ਹੁੰਦਾ, ਐਕਚੁਅਲੀ ਪਿਆਰ ਨਹੀਂ ਹੁੰਦਾ, ਮੋਹ ਹੁੰਦਾ। ਸਿਆਣੇ ਕਹਿੰਦੇ ਬੰਦੇ ਨੂੰ ਕੋਈ ਨਹੀਂ ਯਾਦ ਕਰਦਾ, ਬੰਦੇ ਦੇ ਗੁਣਾਂ ਨੂੰ ਅਗਲਾ ਯਾਦ ਕਰਦਾ, ਵੀ ਇਸ ਤੋਂ ਸਾਨੂੰ ਆਹ ਲਾਭ ਸੀ। ਮੰਨ ਲਓ ਬਾਪ ਹੈ, ਬੱਚੇ ਦਾ ਬੜਾ ਪਿਆਰ ਉਹਦੇ ਨਾਲ, ਉਹ ਕਈ ਸਾਲ ਬਿਮਾਰ ਹੈ ਬਾਪ, ਉਹੀ ਬੱਚਾ ਫਿਰ ਮੇਰੇ ਕੋਲ ਆਉਂਦਾ ਹੈ ਵੀ ਸਾਡੇ ਬਾਪ ਦੇ ਕਦੋਂ ਖੜਾ ਛੁੱਟੇਗਾ, ਕਦੋਂ ਮਰੇਗਾ ਇਹ। ਕਿਉਂ? ਹੁਣ ਉਸ 'ਤੇ ਖਰਚਾ ਹੋ ਰਿਹਾ ਅਤੇ ਉਸ ਤੋਂ ਲਾਭ ਕੋਈ ਨਹੀਂ। ਉਸ 'ਤੇ ਖਰਚਾ ਹੋ ਰਿਹਾ, ਲਾਭ ਕੋਈ ਨਹੀਂ। ਅਤੇ ਸਾਰਿਆਂ ਕੋਲ ਇੰਨਾ ਪੈਸਾ ਨਹੀਂ ਹੁੰਦਾ ਵੀ ਲੱਖਾਂ ਰੁਪਈਏ ਬਿਮਾਰੀ 'ਤੇ ਲਾ ਸਕੇ। ਉਹਨਾਂ ਦੀ ਦਿਲੀ ਇੱਛਾ ਹੁੰਦੀ ਹੈ ਕਿ ਇਹ ਕਦੋਂ ਮਰੇ ਅਤੇ ਸਾਡਾ ਖੜਾ ਛੁੱਟੇ। ਕਿਉਂ? ਹੁਣ ਉਸ ਤੋਂ ਲਾਭ ਨਹੀਂ ਹੈ। ਸੋ ਇਸ ਲਈ ਇਹ ਜਿਹੜੇ ਸੰਸਾਰਕ ਪਿਆਰ ਜਿਹੜੇ, ਇਹ ਤਾਂ ਸੰਸਾਰਕ ਮੋਹ ਹੈ। ਮੋਹ ਦੇ ਵਿੱਚ ਸੰਭਾਵਨਾ ਹੁੰਦੀ ਹੈ ਕਿ ਜਿਸ ਨੂੰ ਮੈਂ ਮੋਹ ਕਰ ਰਿਹਾ ਪਿਆਰ, ਇਸ ਤੋਂ ਮੈਨੂੰ ਕੁਛ ਮਿਲੂਗਾ। ਹੁਣ ਮਾਂ ਬਾਪ ਪੁੱਤਰ ਨੂੰ ਕਿਉਂ ਪਿਆਰ ਕਰਦੇ ਨੇ? ਕਿਉਂ ਪੁੱਤਰ ਚਾਹੁੰਦੇ ਨੇ? ਧੀ ਨੂੰ ਕਿਉਂ ਨਹੀਂ ਚਾਹੁੰਦੇ? ਸਿਰਫ ਇਸ ਲਈ ਕਿ ਧੀ ਬੇਗਾਨਾ ਧਨ ਹੈ। ਧੀ ਨੇ ਸਾਡੇ ਕੋਲ ਸਦਾ ਨਹੀਂ ਰਹਿਣਾ, ਉਹਨੇ ਵਿਆਹੀ ਜਾਣਾ ਹੈ। ਅਸੀਂ ਸਮਾਂ ਪਾ ਕੇ ਬੁੱਢੇ ਹੋਣਾ ਹੈ, ਕਮਜ਼ੋਰ ਹੋਣੇ, ਅਸੀਂ ਆਪਣੀ ਕਿਰਿਆ ਆਪ ਨਹੀਂ ਕਰ ਸਕਣੀ। ਅਤੇ ਧੀ 'ਤੇ ਗਈ ਜਿੱਥੇ ਵਿਆਹੀ ਗਈ ਸੀ, ਉਹ ਵੀ ਪੁੱਤਰ ਸਾਡੇ ਕੋਲ ਹੋਵੇਗਾ, ਉਹ ਸਾਡੇ ਫਿਰ ਔਖੇ ਵੇਲੇ ਸਹਾਇਤਾ ਕਰੇਗਾ, ਖੱਟ ਕਮਾ ਕੇ ਲਿਆਵੇਗਾ, ਸਾਨੂੰ ਖਾਣ ਪੀਣ ਨੂੰ ਦੇਵੇਗਾ। ਸਿਰਫ ਇਸ ਕਰਕੇ ਹੈ, ਹੋਰ ਕੋਈ ਭਾਵਨਾ ਨਹੀਂ ਮਗਰੋਂ ਦੇ। ਹੁਣ ਜਿਵੇਂ ਕ੍ਰਿਸ਼ਨ ਜੀ ਦਾ ਮਾਮਾ ਕੰਸ, ਕੰਸ ਨੂੰ ਜੋਤਸ਼ੀ ਨੇ ਦੱਸਤਾ ਕਿ ਤੇਰੀ ਭੈਣ ਦੇ ਘਰ ਜਿਹੜਾ ਬੱਚੇ ਪੁੱਤਰ ਹੋਏਗਾ ਉਹ ਤੈਨੂੰ ਮਾਰੇਗਾ। ਦੇਖੋ ਮਾਰੇਗਾ, ਭਾਣਜਾ ਉਂਝ ਕਿੰਨਾ ਪਿਆਰਾ ਹੁੰਦਾ, ਪਰ ਪਤਲੇ ਤੈਨੂੰ ਮਾਰੇਗਾ। ਇਸ ਲਈ ਉਹਨੇ ਸੋਚਿਆ ਵੀ ਜਿਹੜਾ ਵੀ ਦੇ ਘਰ ਬੱਚਾ ਉਹਨੂੰ ਮਾਰ ਦਿਓ। ਕਿਉਂ? ਵੀ ਇਸ ਤੋਂ ਮੈਨੂੰ ਲਾਭ ਨਹੀਂ ਹੋਣਾ ਕੋਈ, ਵੀ ਇਸ ਤੋਂ ਮੈਨੂੰ ਕੋਈ ਲਾਭ ਨਹੀਂ ਹੋਣਾ, ਵੀ ਮਾਰੋ ਇਸ। ਸੋ ਇਸ ਲਈ ਇਹ ਪਿਆਰ ਤਾਂ ਉਂਝ ਹੀ ਹੁੰਦਾ। ਆਪਾਂ ਕਹਿੰਦੇ ਵੀ ਪਿਆਰ, ਐਕਚੁਅਲੀ ਮੋਹ ਹੁੰਦਾ। ਮੋਹ ਦੇ ਪਿਆਰ ਦੇ ਵਿੱਚ ਲੈਣ ਦੀ ਭਾਵਨਾ ਨਹੀਂ ਹੁੰਦੀ, ਪਿਆਰੇ ਨੂੰ ਦੇਣ ਦੀ ਭਾਵਨਾ ਹੁੰਦੀ। ਮੋਹ ਵਿੱਚ ਲੈਣ ਦੇਣ ਹੁੰਦਾ ਹੈ। ਮੋਹ ਵਿੱਚ ਹਮੇਸ਼ਾ ਲੈਣ ਦੇਣ ਹੁੰਦਾ, ਉਹ ਤਾਂ ਫਿਰ ਸੌਦੇਬਾਜ਼ੀ ਹੋਈ। ਪਿਆਰ ਥੋੜ੍ਹਾ ਜਿੱਥੇ ਉਮੀਦ ਹੈ ਕਿ ਮੇਰੀ ਸਹਾਇਤਾ ਕਰੇਗਾ ਔਖੇ ਵੇਲੇ, ਉੱਥੇ ਫਿਰ ਮੋਹ ਹੁੰਦਾ, ਉੱਥੇ ਪਿਆਰ ਨਹੀਂ ਹੁੰਦਾ। ਸੋ ਗੁਰੂ ਮਹਾਰਾਜ ਕਹਿੰਦੇ, ਲਾਗੀ ਪ੍ਰੀਤ ਨ ਟੂਟੈ ਮੂਲੇ। ਜੇ ਪਰਮਾਤਮਾ ਨਾਲ ਇੱਕ ਵਾਰੀ ਪਿਆਰ ਪੈ ਜਾਏ, ਇਹ ਟੁੱਟਦਾ ਨਹੀਂ ਹੈ, ਕਿਉਂਕਿ ਪਿਆਰ ਹੁੰਦਾ ਰੱਬ ਨਾਲ। ਰੱਬ ਨਾਲ ਮੋਹ ਨਹੀਂ ਹੁੰਦਾ, ਰੱਬ ਨਾਲ ਹਮੇਸ਼ਾ ਪਿਆਰ ਹੁੰਦਾ। ਇਹੀ ਕਾਰਨ ਹੈ ਕਿ ਮੋਹ ਛੇਤੀ ਪੈਂਦਾ, ਪਿਆਰ ਬਹੁਤ ਦੇਰ ਨਾਲ ਪੈਂਦਾ, ਤਾਂ ਟਾਈਮ ਲੱਗਦਾ ਉਸਨੂੰ। ਹਰ ਅੰਤਰ ਬਾਹਰ ਰਿਹਾ ਭਰਪੂਰੇ।
ਪਰਮਾਤਮਾ ਅੰਦਰ ਵੀ ਅਤੇ ਬਾਹਰ ਵੀ ਵਸਦਾ ਹੈ, ਭਰਪੂਰੇ ਦਾ ਵਸਣਾ। ਪਰਮਾਤਮਾ ਹਰ ਥਾਂ 'ਤੇ ਵਸਦਾ ਹੈ, ਉਹਨੂੰ ਐਂ ਲੱਗਦਾ ਪਰਮਾਤਮਾ ਸਭ ਥਾਂ 'ਤੇ ਵਸ ਰਿਹਾ ਹੈ। ਸਿਮਰ 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 ਗੁਣ ਗਾਵਾਂ, ਸਿਮਰਨ ਕਰ ਕਰਕੇ ਗੁਣ ਗਾ ਗਾ ਕੇ ਕਾਟੀ ਜਮ ਕੀ ਫਾਂਸਾ ਜੀਓ। ਕਹਿੰਦਾ ਮੈਂ ਜਮਾਂ ਦੀ ਫਾਹੀ ਕੱਟ ਦਿੱਤੀ। ਸਿਮਰਨ ਨਾਲ ਜਿੱਥੇ ਸਿਮਰਨ ਹੋ ਰਿਹਾ ਤੇ ਜਮ ਨਹੀਂ ਆਇਆ ਕਰਦੇ। ਸਿਮਰਨ ਕਰਨ ਵਾਲੇ ਬੰਦੇ ਨੂੰ ਜਮਦੂਤ ਲੈਣ ਹੀ ਨਹੀਂ ਆਉਂਦੇ ਹੈਗੇ। ਇੱਕ ਵਾਰੀ ਊਨਾ ਸਾਹਿਬ ਆਪ ਜੀ ਜਾਣਦੇ, ਹਿਮਾਚਲ 'ਚ ਬੇਦੀ ਕੁਲ ਦਾ ਉੱਥੇ ਡੇਰਾ ਹੈ। ਉੱਥੇ ਇੱਕ ਨੌਜਵਾਨ ਲੜਕੀ 16 ਸਾਲਾਂ ਦੀ ਸੀ, ਜਿਹੜੀ ਉੱਥੇ ਸੇਵਾ 'ਤੇ ਰਹਿੰਦੀ ਹੁੰਦੀ ਸੀ। ਉਹ ਰੋਜ਼ 100 ਜਪਜੀ ਸਾਹਿਬ ਦਾ ਪਾਠ ਕਰਿਆ ਕਰਦੀ ਸੀ। ਕਿਸੇ ਕਾਰਨ ਉਹਦੀ ਡੈਥ ਹੋ ਗਈ। ਜਮ ਆਏ, ਉਹਨੂੰ ਲੈ ਗਏ। ਜਮਾਂ ਨੂੰ ਪਤਾ ਲੱਗ ਗਿਆ ਵੀ ਇਹ ਨਾਮ ਜਪਣ ਵਾਲੀ ਹੈ, ਇਸ ਲਈ ਉਹਨਾਂ ਨੇ ਉਸਨੂੰ ਕੁਛ ਨਹੀਂ ਕਿਹਾ ਹੈਗੇ। ਜਦੋਂ ਉੱਥੇ ਗਈ, ਜਿਹੜਾ ਧਰਮਰਾਜ ਸੀ ਉਹਨੇ ਰਜਿਸਟਰ ਦੇਖਿਆ, ਉਹ ਲੜਕੀ ਬਾਅਦ 'ਚ ਜਿਉਂਦੀ ਹੋ ਗਈ ਸੀ। ਉਹਦੇ ਦੱਸਦੇ ਸੀ ਕਿ ਜਦ ਮੈਨੂੰ ਲੈ ਗਏ, ਮੈਨੂੰ ਉਹਨੇ ਕੁਛ ਨਹੀਂ ਕਿਹਾ। ਧਰਮਰਾਜ ਨੇ ਜਦੋਂ ਮੇਰਾ ਰਜਿਸਟਰ ਵੇਖਿਆ, ਉਹ ਕਹਿੰਦਾ ਆਪਣੀ ਸੀਟ ਤੋਂ ਖੜ੍ਹਾ ਹੋ ਗਿਆ। ਕਹਿੰਦਾ ਓਹੋ, ਤੁਸੀਂ ਤਾਂ ਗੁਰੂ ਨਾਨਕ ਦੇ ਦਰ 'ਤੇ ਜਾਣਾ ਹੈ, ਇਹ ਗਲਤੀ ਨਾਲ ਤੁਹਾਨੂੰ ਮੇਰੇ ਕੋਲ ਲੈ ਆਏ ਨੇ। ਧਰਮਰਾਜ ਕਹਿੰਦਾ ਬੇਟਾ ਤੁਹਾਨੂੰ ਇਹਨੇ ਕੁਛ ਕਿਹਾ ਤੇ ਨਹੀਂ? ਮੈਂ ਕਿਹਾ ਨਹੀਂ, ਕੁਛ ਨਹੀਂ ਕਿਹਾ। ਕਹਿੰਦਾ ਧਰਮਰਾਜ ਮੁਆਫੀ ਮੰਗੀ ਗਿਆ ਵੀ ਸਾਡੇ ਤੋਂ ਬੜੀ ਭਾਰੀ ਗਲਤੀ ਹੋ ਗਈ ਹੈ, ਤੁਸੀਂ ਤਾਂ ਗੁਰੂ ਨਾਨਕ ਦੇ ਦਰ 'ਤੇ ਜਾਣਾ ਹੈ। ਫਿਰ ਕਹਿੰਦੇ ਉਹਨਾਂ ਨੂੰ ਕਿਹਾ ਜਮਾਂ ਨੂੰ, ਜਾਓ ਸਤਿਕਾਰ ਸਹਿਤ ਨੂੰ ਛੱਡ ਕੇ ਆਓ, ਅਤੇ ਉਹ ਮੈਨੂੰ ਵਾਪਸ ਕਰਕੇ ਤੇ ਵਜਾਉਂਦੀ ਹੋ ਗਈ। ਸੋ ਇਸ ਲਈ ਨਾਮ ਜਪਣ ਵਾਲੇ ਨੂੰ ਜਮ ਵੀ ਕੁਛ ਨਹੀਂ ਕਹਿੰਦੇ, ਜਮਾਂ ਦੀ ਫਾਹੀ ਹੀ ਕੱਟੀ ਜਾਂਦੀ ਹੈ। ਕਿਉਂਕਿ ਜਮ ਖਾਲੀ ਹੱਥ ਨਹੀਂ ਹੁੰਦੇ। ਕਿਤੇ ਗੁਰਬਾਣੀ 'ਚ ਲਿਖਿਆ ਸੰਗਲ ਲੈ ਕੇ ਆਉਂਦੇ ਨੇ, ਕਿਤੇ ਸੰਗਲ ਦਾ ਬੰਨ੍ਹ ਕੇ ਲੈ ਕੇ ਜਾਂਦੇ ਨੇ, ਕਿਤੇ ਕਿਹਾ ਉਹਨਾਂ ਕੋਲ ਰੱਸਾ ਹੁੰਦਾ ਫਾਹੀ ਤਰ੍ਹਾਂ, ਗਲ 'ਚ ਪਾ ਲੈਂਦੇ ਨੇ। ਚੱਲ ਬਈ, ਇੱਕ ਅੱਗੇ ਤੁਰ ਪੈਂਦਾ, ਇੱਕ ਮਗਰ ਡੰਡੇ ਵਾਲਾ ਦਾ, ਠੇਂਗੇ ਵਾਲਾ ਦਾ, ਉਹ ਕੁੜਦਾ ਜਾਂਦਾ। ਸੋ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ। ਅੰਮ੍ਰਿਤ ਵਰਖ ਹੈ ਅਨਹਦ ਬਾਣੀ। ਅਨਹਦ ਬਾਣੀ ਰੱਬੀ ਬਾਣੀ ਨੂੰ ਕਹਿੰਦੇ ਨੇ। ਰੱਬੀ ਬਾਣੀ ਅੰਮ੍ਰਿਤ ਦੀ ਵਰਖਾ ਕਰਦੀ ਹੈ। ਤਾਂ ਹੀ ਬਾਣੀ ਪੜ੍ਹ ਕੇ, ਬਾਣੀ ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ, ਕਿਉਂਕਿ ਇਸ ਦੇ ਵਿੱਚ ਨਾਮ ਹੈ। ਮਨ ਤਨ ਅੰਤਰ ਸ਼ਾਂਤ ਸਮਾਣੀ। ਜਦੋਂ ਬੰਦਾ ਇਸ ਬਾਣੀ ਨੂੰ ਪੜ੍ਹਦਾ ਸੁਣਦਾ ਹੈ, ਉਹਦੇ ਮਨ ਅਤੇ ਤਨ ਦੇ ਸ਼ਾਂਤੀ ਪੈਦਾ ਹੋ ਜਾਂਦੀ ਹੈ। ਸ਼ਾਂਤ ਹੈ, ਸ਼ਾਂਤੀ ਹਿੰਦੀ ਦੀ ਸ਼ਬਦ ਸ਼ਾਂਤੀ। ਉਹਦੇ ਮਨ ਤਨ ਦੇ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ ਹੈ। ਬਾਣੀ ਮਨੁੱਖ ਨੂੰ ਸ਼ਾਂਤੀ ਬਖਸ਼ਦੀ ਹੈ। ਤ੍ਰਿਪਤ ਅਗਾਏ ਰਹੇ ਜਨ ਤੇਰੇ, ਸਤਿਗੁਰ ਕੀਆ ਦਿਲਾਸਾ ਜੀਓ। ਗੁਰੂ ਮਹਾਰਾਜ ਜਿਹੜੇ ਤੇਰੇ ਜਨ ਨੇ ਪਰਮਾਤਮਾ, ਜਿਹੜੇ ਤੇਰੇ ਭਗਤ ਨੇ ਨਾ, ਗੁਰੂ ਮਹਾਰਾਜ ਉਹਨਾਂ ਨੂੰ ਸ਼ਾਬਾਸ਼ ਦਿੰਦੇ, ਦਿਲਾਸਾ ਦਿੰਦੇ, ਸ਼ਾਬਾਸ਼ ਲੱਗਾ ਰਹੇ, ਲੱਗਾ ਰਹੇ। ਫਿਰ ਉਹ ਕੀ ਕਰਦੇ? ਨਾਮ, ਇਹ ਬਾਣੀ ਪੜ੍ਹ ਪੜ੍ਹ ਕੇ, ਨਾਮ ਜਪ ਜਪ ਕੇ ਤ੍ਰਿਪਤ ਅਗਾਏ। ਉਹਨਾਂ ਦਾ ਮਨ ਤ੍ਰਿਪਤ ਹੋ ਜਾਂਦਾ ਹੈ, ਉਹਨਾਂ ਦਾ ਮਨ ਸੰਸਾਰਿਕ ਪਦਾਰਥ ਨਾਲ ਰੱਜ ਜਾਂਦਾ ਹੈ, ਮਨ ਸੰਤੁਸ਼ਟ ਹੁੰਦਾ, ਮਨ ਰੱਜ ਜਾਂਦਾ। ਜਿਸ ਕਾ ਸਾ ਤਿਸ ਤੇ ਫਲ ਪਾਇਆ, ਕਰ ਕਿਰਪਾ ਪ੍ਰਭ ਸੰਗ ਮਿਲਾਇਆ। ਇਹ ਜੀਵ ਜਿਸ ਦਾ ਸੀ, ਉਸੇ ਤੋਂ ਇਹਦੇ ਮਨ ਦੀ ਇੱਛਾ ਪੂਰੀ ਹੋਈ। ਫਲ ਜਿਹਦਾ ਇਹ ਸੀ, ਹੁਣ ਅਸੀਂ ਪਰਮਾਤਮਾ ਦੇ ਹੀ ਹਾਂ, ਅਤੇ ਸਾਡੀ ਇੱਛਾ ਉਸੇ ਤੋਂ ਹੀ ਪੂਰੀ ਹੋਣੀ ਹੈ। ਕਰ ਕਿਰਪਾ ਪ੍ਰਭ ਸੰਗ ਮਿਲਾਇਆ। ਗੁਰੂ ਨੇ ਕੀ ਕੀਤੀ? ਗੁਰੂ ਨੇ ਕਿਰਪਾ ਕੀਤੀ, ਪਰਮਾਤਮਾ ਦੇ ਨਾਲ ਮਿਲਾਤਾ। ਕਿਰਪਾ ਗੁਰੂ ਕਰਦਾ। ਪਹਿਲਾ ਮਨੁੱਖ ਤੇ ਕਿਰਪਾ ਪਰਮਾਤਮਾ ਕਰਦਾ ਹੈ।
ਪਰਮਾਤਮਾ ਜਿਸ 'ਤੇ ਕਿਰਪਾ ਕਰਦਾ ਉਹਨੂੰ ਗੁਰੂ ਦੀ ਸੰਗਤ 'ਚ ਭੇਜਦਾ ਹੈ। ਫਿਰ ਜਿਸ 'ਤੇ ਗੁਰੂ ਮਹਾਰਾਜ ਕਿਰਪਾ ਕਰਦੇ ਨੇ ਉਹਨੂੰ ਪਰਮਾਤਮਾ ਨਾਲ ਮਿਲਾਉਂਦਾ ਹੈ। ਪਰਮਾਤਮਾ ਦਾ ਕੰਮ ਹੈ, ਜਿਸ ਮਨੁੱਖ ਦਾ ਪਰਮਾਤਮਾ ਨੇ ਭਲਾ ਕਰਨਾ ਉਹਨੂੰ ਗੁਰੂ ਕੋਲੇ ਭੇਜਦਾ ਹੈ। ਫਿਰ ਗੁਰੂ ਮਹਾਰਾਜ ਕਿਰਪਾ ਕਰਦੇ ਨੇ ਜੇ ਉਹ ਬੰਦਾ ਗੁਰੂ ਦੇ ਆਖੇ ਲੱਗੇ। ਮੰਨ ਲਓ ਮਾਂ ਪਿਓ ਨੇ ਬੱਚੇ ਨੂੰ ਸਕੂਲ ਭੇਜਦਾ, ਮਾਂ ਪਿਓ ਦੀ ਡਿਊਟੀ ਖਤਮ ਹੈ, ਅੱਗੇ ਟੀਚਰ ਦੀ ਡਿਊਟੀ ਸ਼ੁਰੂ ਹੋ ਜਾਂਦੀ ਹੈ। ਅਗਰ ਬੱਚਾ ਟੀਚਰ ਦੇ ਆਖੇ ਨਹੀਂ ਲੱਗਦਾ ਤਾਂ ਟੀਚਰ ਦੀ ਕਿਰਪਾ ਉਸ 'ਤੇ ਨਹੀਂ ਹੁੰਦੀ। ਜੇ ਬੱਚਾ ਟੀਚਰ ਦੇ ਆਖੇ ਲੱਗਦਾ ਫਿਰ ਟੀਚਰ ਦੀ ਉਸ 'ਤੇ ਕਿਰਪਾ ਹੁੰਦੀ, ਟੀਚਰ ਦੀ ਖੁਸ਼ੀ ਹੁੰਦੀ ਹੈ। ਸੋ ਗੁਰੂ ਮਹਾਰਾਜ ਫਿਰ ਕਿਰਪਾ ਕਰਕੇ ਪਰਮਾਤਮਾ ਦੇ ਨਾਲ ਜੀਵ ਨੂੰ ਮਿਲਾਉਂਦੇ ਨੇ। ਫਿਰ ਕੀ ਹੁੰਦਾ, ਆਵਣ ਜਾਨ ਰਹੇ ਵਡਭਾਗੀ, ਨਾਨਕ ਪੂਰਨ ਆਸਾ ਜੀ। ਵੱਡੇ ਭਾਗਰ ਨਾਲ ਫਿਰ ਉਸ ਮਨੁੱਖ ਦਾ ਜੰਮਣ ਮਰਨ ਖਤਮ ਹੋ ਜਾਂਦਾ ਹੈ। ਨਾਨਕ ਪੂਰਨ ਆਸਾ, ਅਤੇ ਉਹਦੀ ਇੱਛਾ ਪੂਰੀ ਹੋ ਜਾਂਦੀ ਹੈ। ਉਹਦੀ ਇੱਛਾ ਕੀ ਹੈ? ਰੱਬ ਦੀ ਪ੍ਰਾਪਤੀ। ਸਾਡੀ ਅੰਤਮ ਇੱਛਾ ਹੈ ਰੱਬ ਦੀ ਪ੍ਰਾਪਤੀ। ਅਜੇ ਤਾਂ ਹੋਰ ਇੱਛਾਵਾਂ ਨੇ, ਕਿਉਂਕਿ ਬੰਦਾ ਸੰਸਾਰੀ ਹੈ, ਗ੍ਰਸਥੀ ਹੈ, ਇਹਦੇ ਕਈ ਪ੍ਰਕਾਰ ਦੀਆਂ ਲੋੜਾਂ ਇੱਛਾਵਾਂ ਹਨ। ਪਰ ਹੌਲੀ ਹੌਲੀ ਜਿਉਂ-ਜਿਉਂ ਇਹ ਉੱਪਰ ਉੱਠਦਾ ਜਾਂਦਾ ਹੈ ਫਿਰ ਇਹਦੀ ਇੱਕੋ ਇੱਕ ਇੱਛਾ ਰਹਿ ਜਾਂਦੀ ਹੈ ਕਿ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋਵੇ। ਜੇ ਕਿ ਲੜਕੀ ਮੇਰੇ ਕੋਲ ਆਈ, ਕਹਿੰਦੇ ਬਾਬਾ ਜੀ ਮੇਰੀ ਆ ਇੱਛਾ ਹੈ ਕਿ ਮਰਨ ਵੇਲੇ ਮੇਰੇ ਮੂੰਹੋਂ ਵਾਹਿਗੁਰੂ ਨਿਕਲੇ। ਮੈਂ ਹੁਕਮਨਾਮਾ ਲਿਆ, ਉਹ 'ਚ ਹਾਂ ਆ ਗਈ ਵੀ ਹਾਂ ਭਾਈ ਮੈਂ ਮਰਨ ਵੇਲੇ ਤੇਰੇ ਮੂੰਹੋਂ ਵਾਹਿਗੁਰੂ ਨਿਕਲੇਗਾ ਤਾਂ ਆਪਣਾ ਲੱਗੀ ਰਹਿ। ਲੱਗੀ ਤਾਂ ਹੈ ਹੀ ਸੀ ਮੈਂ ਭਾਈ, ਲੱਗੀ ਰਹਿ ਤੂੰ। ਕਿਉਂ ਜੇ ਮੂੰਹੋਂ ਵਾਹਿਗੁਰੂ ਨਿਕਲੇਗਾ ਤਾਂ ਸਿੱਧਾ ਹੀ ਫਿਰ ਵਾਹਿਗੁਰੂ ਕੋਲੇ ਜਾਣਾ। ਜੇ ਅਖੀਰ 'ਤੇ ਕਿਤੇ ਕੋਈ ਸੰਸਾਰਿਕ ਖਿਆਲ ਆ ਗਿਆ ਫਿਰ ਵੱਡੇ ਵੱਡੇ ਭਜਨ ਬੰਦਗੀ ਕਰਨ ਵਾਲਿਆਂ ਨੂੰ ਇੱਕ ਜੀਵਨ ਉਹ ਜੋ ਖਿਆਲ ਆਇਆ ਸੀ ਉਹਦੇ ਕਰ ਲੈਣਾ ਪੈਣਾ। ਭਾਵੇਂ ਕਿੰਨੀ ਵੀ ਸਾਰੀ ਉਮਰ ਭਜਨ ਬੰਦਗੀ ਕੀਤੀ ਹੋਵੇ, ਉਹ ਭਜਨ ਬੰਦਗੀ ਐਵੇਂ ਤਾਂ ਨਹੀਂ ਜਾਂਦੀ, ਉਹਨੂੰ ਦੁਬਾਰਾ ਫਿਰ ਜਿਹੜਾ ਹੈ ਪ੍ਰਾਪਤੀ ਹੋ ਜਾਏਗੀ। ਪਰ ਇੱਕ ਜਨਮ ਜੋ ਉਹਨੇ ਇੱਛਾ ਕੀਤੀ ਹੈ ਮਰਨ ਵੇਲੇ ਖਿਆਲ ਹੈ ਉਹਦੇ ਕਾਰਨ ਉਹਨੂੰ ਜਨਮ ਲੈਣਾ ਪੈਣਾ ਹੈ। ਸੋ ਇਹ ਤਾਂ ਵੱਡੇ ਭਾਗ ਹੁੰਦੇ ਨੇ ਜਿਹਨੂੰ ਮਰਨ ਵੇਲੇ ਰੱਬ ਯਾਦ ਆ ਜੇ। ਮਾਝ ਮਹਿਲਾ ਪੰਜਵਾਂ। ਮੀਂਹ ਪਿਆ ਪਰਮੇਸ਼ਰ ਪਾਇਆ। ਇਹਨੂੰ ਮੀਂਹੋਂ ਨਹੀਂ ਪੜ੍ਹਦੇ ਨਾ, ਇਹ ਹਾਹੇ ਨੂੰ ਔਂਕੜ 'ਤੇ ਇਸ ਲਈ ਲਾਇਆ ਕਿ ਮੀਂਹ ਪੁਲਿੰਗ ਹੈ ਅਤੇ ਇੱਕ ਵਚਨ ਹੈ, ਇਸ ਕਰਕੇ ਹਾਹੇ ਨੂੰ ਔਂਕੜ ਲਾਇਆ। ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਗਿਆ ਕਲੇਸ਼ ਭਇਆ ਸੁਖ ਸਾਚਾ, ਹਰ ਹਰ ਨਾਮ ਸੰਭਾਲੇ ਜੀਓ। ਹੁਣ ਜੇ ਹਰ ਹਰ ਨਾਮ ਨਾ ਹੁੰਦਾ ਤਾਂ ਫਿਰ ਤੇ ਮੀਂਹ ਦਾ ਸਿੱਧੇ ਅਰਥ ਮੀਂਹ ਹੋਣਾ ਸੀ। ਹੁਣ ਪਰਮੇਸ਼ਰ ਨੇ ਕਹਿੰਦਾ ਮੀਂਹ ਪਾਇਆ ਕਾਹਦਾ? ਨਾਮ ਦਾ। ਨਾਮ ਦੀ ਵਰਖਾ ਕੀਤੀ। ਜੀ ਜੰਤ ਸਭ ਸੁਖੀ ਵਸਾਇਆ। ਉਸ ਨਾਮ ਦੀ ਵਰਖਾ ਨੇ ਸਾਰੇ ਜੀਵ ਜੰਤੂ ਨੂੰ ਸੁਖੀ ਕਰ ਦਿੱਤਾ। ਕਿ ਨਾਮ ਜਪੇਗਾ ਤੇ ਬੰਦਾ ਸੁਖੀ ਹੋਵੇਗਾ। ਫਿਰ ਜਦੋਂ ਪਰਮਾਤਮਾ ਨੇ ਨਾਮ ਦੀ ਵਰਖਾ ਕੀਤੀ, ਇਸ ਬੰਦੇ ਨੇ ਨਾਮ ਜਪਿਆ, ਗਿਆ ਕਲੇਸ਼ ਪਿਆ ਸੁਖ ਸੱਚ। ਉਹਦੇ ਅੰਦਰ ਜਿਹੜਾ ਕਲਾ ਕਲੇਸ਼ ਸੀ ਉਹ ਖਤਮ ਹੋ ਗਈ ਅਤੇ ਸਦਾ ਰਹਿਣ ਵਾਲੇ ਸੁੱਖ ਪ੍ਰਾਪਤ ਹੋ ਗਏ। ਸੁੱਖ ਸੱਚ, ਸਦਾ ਰਹਿਣ ਵਾਲੇ ਸੁੱਖ ਦੀ ਪ੍ਰਾਪਤੀ ਹੋ ਗਈ। ਹਰ ਹਰ ਨਾਮ ਸੰਭਾਲੀ ਜੀਓ। ਕਿਉਂ? ਬੰਦੇ ਨੇ ਪਰਮਾਤਮਾ ਦੇ ਨਾਮ ਨੂੰ ਯਾਦ ਕੀਤਾ। ਨਾਮ ਯਾਦ ਕੀਤਾ, ਫਿਰ ਨਾਮ ਦੇ ਕਾਰਨ ਉਹਦੇ ਅੰਦਰ ਕਲੇਸ਼ ਖਤਮ ਹੋ ਗਿਆ ਅਤੇ ਉਹਨੂੰ ਸੁੱਖ ਦੀ ਪ੍ਰਾਪਤੀ ਹੋ ਗਈ। ਜਿਸ ਕੇ ਸੇ ਤਿਨ ਹੀ ਪ੍ਰਤਿਪਾਰੇ। ਜਿਹਦੇ ਜੀਵ ਇਹ ਸਨ, ਜਿਸ ਕੇ ਸੇ ਤਿਨ ਹੀ ਪ੍ਰਤਿਪਾਰੇ। ਜਿਸ ਦੇ ਜੀਵ ਸਨ
ਉਸ ਨੇ ਇਹਨਾਂ ਦੀ ਪਾਲਣਾ ਪੋਸ਼ਣਾ ਕੀਤੀ। ਕੁਦਰਤੀ ਗੱਲ ਹੈ, ਤੁਹਾਡੇ ਬੱਚੇ ਨੇ, ਤੁਸੀਂ ਹੀ ਪਾਲਣਾ ਪੋਸ਼ਣਾ ਕਰੋਗੇ ਨਾ। ਮੰਨ ਲਓ ਮਾਂ ਪਿਓ ਨਹੀਂ ਰਹੇ, ਫਿਰ ਰਿਸ਼ਤੇਦਾਰ ਪਾਲਣਾ ਪੋਸ਼ਣਾ ਕਰਦੇ, ਫਿਰ ਕੋਈ ਨਹੀਂ ਤਾਂ ਉਹ ਕੀ ਕਰਦਾ। ਜੇ ਕੋਈ ਰਿਸ਼ਤੇਦਾਰ ਵੀ ਨਹੀਂ ਕਰਦਾ, ਫਿਰ ਕਈ ਲੋਕਾਂ ਨੇ ਅਨਾਥਾਲय ਖੋਲ੍ਹੇ ਹੋਏ ਨੇ, ਅਨਾਥ ਆਸ਼ਰਮ ਖੋਲ੍ਹੇ ਨੇ, ਕਿ ਜਿਹਦੀ ਭਾਈ ਕੋਈ ਸੇਵਾ ਕਰਨ ਵਾਲਾ ਨਹੀਂ ਹੈ, ਬੱਚਾ ਅਨਾਥ ਹੋ ਗਿਆ, ਮਾਂ ਪਿਓ ਮਰ ਗਏ ਨੇ, ਉਹ ਫਿਰ ਜਿਹੜਾ ਹੈ ਭਾਈ ਇੱਥੇ ਆ ਜਾਓ, ਅਸੀਂ ਉਹਨੂੰ ਖਾਣ ਪੀਣ ਨੂੰ ਦੇਵਾਂਗੇ। ਸੋ ਪਰਮਾਤਮਾ ਦੇ ਬੱਚੇ ਨੇ ਅਤੇ ਪਰਮਾਤਮਾ ਨੇ ਇਹਨਾਂ ਦੀ ਪਾਲਣਾ ਪੋਸ਼ਣਾ ਕਰਨੀ ਹੈ। ਪਾਰ ਬ੍ਰਹਮ ਭੈ ਪ੍ਰਭ ਭੈ ਰਖਵਾਰੇ, ਅਤੇ ਪਰਮਾਤਮਾ ਹੀ ਉਹਨਾਂ ਦਾ ਰਖਵਾਲਾ ਹੁੰਦਾ ਹੈ, ਕਿਉਂਕਿ ਉਹਦੇ ਬੱਚੇ ਨੇ ਉਹ। ਸੁਣੀ ਬੇਨੰਤੀ ਠਾਕੁਰ ਮੇਰਾ, ਪੂਰਨ ਹੋਈ ਘਾਲੀ ਜੀਓ। ਘਾਲੀ ਮੇਰੇ ਘਾਲਣਾ। ਪਰਮਾਤਮਾ ਨੇ ਕਹਿੰਦੇ ਮੇਰੀ ਬੇਨਤੀ ਸੁਣੀ, ਅਤੇ ਜਿਹੜਾ ਮੈਂ ਨਾਮ ਜਪਣ ਦੀ ਘਾਲਣਾ ਘਾਲ ਰਿਹਾ ਸੀ ਨਾ, ਉਹ ਪੂਰਨ ਹੋ ਗਈ, ਉਹਨੂੰ ਫਲ ਲੱਗਿਆ। ਇੱਕ ਬੱਚੇ ਨੇ ਬਹੁਤ ਮਿਹਨਤ ਕੀਤੀ ਹੈ, ਉਹਦੇ ਅਨੁਸਾਰ ਉਹਨੂੰ ਨੰਬਰ ਮਿਲ ਜਾਣ, ਫਿਰ ਉਹਨੂੰ ਖੁਸ਼ੀ ਹੁੰਦੀ ਹੈ ਵੀ ਚਲੋ ਜਿੰਨੀ ਮਿਹਨਤ ਕੀਤੀ ਉਹਦਾ ਫਲ ਮਿਲ ਗਿਆ ਹੈ। ਸੰਸਾਰ 'ਚ ਕਈ ਵਾਰੀ ਮੈਂ ਦੇਖਿਆ ਹੈ, ਬੱਚੇ ਦਾ ਪੇਪਰ ਬਹੁਤ ਵਧੀਆ ਹੁੰਦਾ ਹੈ, ਉਹਦੇ ਨੰਬਰ ਘੱਟ ਹੁੰਦੇ ਨੇ। ਕਈ ਵਾਰੀ ਉਹਦਾ ਵਧੀਆ ਨਹੀਂ ਹੁੰਦਾ, ਉਹ 'ਚ ਵਧੀਆ ਨੰਬਰ ਆ ਜਾਂਦੇ ਨੇ। ਸੰਭਾਵਨਾ ਬਣੀ ਰਹਿੰਦੀ ਹੈ, ਕਿਉਂਕਿ ਕਈ ਵਾਰੀ ਜਿਹੜਾ ਟੀਚਰ ਹੈ ਉਹ ਕਿਸ ਤਰੀਕੇ ਨਾਲ ਪੇਪਰ ਵੇਖਦਾ, ਇਸ 'ਤੇ ਨਿਰਭਰ ਕਰਦਾ ਹੈ। ਕਈ ਟੀਚਰ ਸਖਤ ਹੁੰਦੇ ਨੇ, ਕਈ ਟੀਚਰ ਥੋੜ੍ਹੇ ਨਰਮ ਹੁੰਦੇ ਨੇ। ਸਾਡੇ ਨਾਲ ਇੱਕ ਟੀਚਰ ਸੀ, 33 ਨੰਬਰ ਚਾਹੀਦੇ ਬੱਚੇ ਨੂੰ ਪਾਸ ਹੋਣ ਲਈ। ਜੇ 32 ਆਉਂਦੇ ਸੀ, ਹਾਲਾਂਕਿ ਨਿਯਮ ਹੈ ਕਿ ਜੇ 32.5 ਆ ਜਾਣ ਤਾਂ ਉਹਦੇ 33 ਕੀਤੇ ਜਾ ਸਕਦੇ ਹਨ। ਮੈਂ ਉਹਨੂੰ ਕਈ ਵਾਰੀ ਕਹਿਣਾ, ਕਾਹਨੂੰ ਯਾਰ ਇੱਕ ਨੰਬਰ ਲਈ ਤੂੰ ਫੇਲ ਕਰ ਦੇ। ਕਹਿੰਦਾ ਕਿਉਂ? ਸਰਕਾਰ ਨੇ 33 ਰੱਖੇ ਨੇ, 33 ਹੀ ਲੈਣੇ ਨੇ, ਫਿਰ 32 ਨਾ ਸਰਕਾਰ ਕਰ ਦਿੰਦੀ, ਉਹ ਨਹੀਂ ਸੀ ਦਿੰਦਾ। ਮੈਂ ਕਹਿਣਾ ਕਾਹਨੂੰ ਯਾਰ ਸਾਲ ਖਰਾਬ ਕਰਨਾ, ਅੱਧਾ ਨੰਬਰ ਕਿਤੇ ਵਧਾ ਕੇ 32.5 ਹੋ ਗਏ, ਬਾਹਰ 33 ਲਿਖਦੇ ਨੇ, ਚੱਲ ਬਈ। ਹੁਣ ਇੱਕ ਟੀਚਰ ਕੋਲ ਉਹਦਾ ਪੇਪਰ ਗਿਆ, ਉਹ ਫੇਲ ਹੋ ਗਿਆ, ਜੇ ਉਹਦਾ ਪੇਪਰ ਦੂਜੇ ਕੋਲੇ ਚਲੇ ਜਾਂਦਾ ਉਹਨੇ ਪਾਸ ਹੋ ਜਾਣਾ ਸੀ। ਇਸ ਤਰ੍ਹਾਂ ਕਈ ਵਾਰੀ ਹੋ ਜਾਂਦਾ ਹੈ। ਕਈ ਵਾਰੀ ਜਿਹੜਾ ਮਾਰਕਿੰਗ ਵਾਲਾ ਖੁੱਲ੍ਹੇ ਨੰਬਰ ਦੇਣ ਵਾਲਾ ਹੁੰਦਾ, ਕਈ ਜਿਹੜਾ ਹੈ ਬੜੇ ਸਖਤ ਮਾਰਕਿੰਗ ਕਰਦੇ ਨੇ, ਇਸ ਕਰਕੇ ਵੀ ਫਰਕ ਪੈ ਜਾਂਦਾ ਹੈ। ਕਈ ਟੀਚਰ ਆਪ ਨਹੀਂ ਮਾਰਕਿੰਗ ਕਰਦੇ, ਅੱਗੇ ਬੰਦੇ ਰੱਖੇ ਹੁੰਦੇ ਨੇ। ਮੈਨੂੰ ਯਾਦ ਹੈ, ਮੈਂ JBT ਕਰਦਾ ਸੀ, ਮੈਟ੍ਰਿਕ ਕੀਤੀ ਸੀ। ਗਿਆਨੀ ਦੇ ਪੇਪਰ ਆ ਕੇ ਸਾਡੇ ਟੀਚਰ ਕੋਲ, ਜਿਹੜਾ ਸਾਨੂੰ ਪੰਜਾਬੀ ਪੜ੍ਹਾਉਂਦਾ ਸੀ, ਉਹਨੇ ਮੈਨੂੰ ਘਰ ਸੱਦਿਆ, ਮੇਰੇ ਸਾਹਮਣੇ 5 ਪੇਪਰ ਵੇਖਦੇ, ਕਹਿੰਦੇ ਲੈ ਕਾਕਾ ਬਾਕੀ 360 ਪੇਪਰ ਤੂੰ ਵੇਖ ਦੇ। ਮੈਂ ਕਿਹਾ ਜੀ ਮੈਂ 10ਵੀਂ ਪਾਸ ਆ ਪੰਜਾਬੀ, ਇਹ ਤਾਂ BA ਦੇ ਨੇ ਪੇਪਰ, ਵੀ 10ਵੀਂ ਵਾਲਾ ਬੰਦਾ BA ਦੇ ਪੇਪਰ ਕਿਵੇਂ ਦੇਖੇਗਾ? ਕਹਿੰਦੇ ਬਸ ਜਿਵੇਂ ਮੈਂ ਤੈਨੂੰ ਕਹਿ ਦੇਖ ਦੇ। ਉਹ ਫਿਰ ਹੁਣ ਜੇ ਤਾਂ ਪੈਸੇ ਮਿਲਣੇ ਹੋਣ ਫਿਰ ਬੜਾ ਧਿਆਨ ਨਾਲ ਬੰਦਾ ਦੇਖੇ, ਉੱਧਰ ਆਪਣੀ ਪੜ੍ਹਾਈ ਕਰਨੀ, ਉੱਧਰ 360 ਪੇਪਰ ਵੇਖਣ ਨੂੰ ਮਿਲ ਗਏ ਨੇ। ਮੇਰੇ ਤਾਂ ਫਿਰ ਜਿਹੋ ਜਿਹੇ ਵੇਖ ਹੋਏ ਮੈਂ ਵੇਖਦੇ। ਅਤੇ ਮੈਂ ਬੜਾ ਹੈਰਾਨ ਹਾਂ ਵੀ ਜੇ 1961-62 'ਚ ਇਹ ਹਾਲ ਸੀ, ਹੁਣ ਪਤਾ ਨਹੀਂ ਕੀ ਹੋ ਗਿਆ ਨਾ। ਇਸ ਤਰ੍ਹਾਂ ਕਈ ਵਾਰੀ ਬੱਚੇ ਨਾਲ ਬੇਇਨਸਾਫੀ ਹੋ ਜਾਂਦੀ ਹੈ। ਤਾਂ ਮੈਨੂੰ ਅੱਜ ਤੱਕ ਯਾਦ ਹੈ ਵੀ ਇੱਕ ਮੈਟ੍ਰਿਕ ਪਾਸ ਬੰਦਾ BA ਵਾਲੇ ਦੇ ਪੇਪਰ ਦੇਖ ਰਿਹਾ, BA ਵਾਲਾ ਮੈਟ੍ਰਿਕ 'ਤੇ ਦੇਖੇ ਤਾਂ ਕੋਈ ਗੱਲ ਬਣ ਸਕਦੀ ਹੈ। ਤਾਂ ਕਰਕੇ ਕਹਿੰਦੇ ਇਸ ਤਰ੍ਹਾਂ ਸੰਸਾਰ 'ਚ ਹੋ ਜਾਂਦਾ। ਪਰ ਪਰਮਾਤਮਾ ਜਿਹੜਾ ਹੈ ਉਹ ਜਿਹੜੀ ਘਾਲਣਾ ਹੈ ਉਹਨੂੰ ਫਲ ਲਾਉਂਦਾ ਹੈ, ਪੂਰੀ ਕਰਦਾ। ਤੁਸੀਂ ਜੇ ਇੱਕ ਵਾਰੀ ਵੀ ਵਾਹਿਗੁਰੂ ਕਿਹਾ ਨਾ, ਪਰਮਾਤਮਾ ਨੇ ਉਹਦਾ ਵੀ ਫਲ ਦੇਣਾ। ਇਹ ਨਹੀਂ ਵੀ ਇੱਕ ਵਾਰੀ ਕਿ ਛੱਡੋ ਇਹਨੂੰ ਕੀ ਹੈ, ਇੱਕ ਵਾਰ ਵੀ ਵਾਹਿਗੁਰੂ ਕਿਹਾ ਪਰਮਾਤਮਾ ਨੇ ਉਸ ਦਾ ਵੀ ਫਲ ਦੇਣਾ। ਸਰਬ ਜੀਆਂ ਕੋ ਦੇਵਨਹਾਰ, ਪਰਮਾਤਮਾ ਸਾਰੇ ਜੀਵਾਂ ਨੂੰ ਖਾਣ ਪੀਣ ਨੂੰ ਦਿੰਦਾ ਹੈ। ਗੁਰ ਪ੍ਰਸਾਦੀ ਨਜ਼ਰ ਨਿਹਾਰ, ਗੁਰੂ ਦੀ ਕਿਰਪਾ ਨਾਲ ਉਹ ਜੀਵਨ ਨੂੰ ਕਿਰਪਾ ਦ੍ਰਿਸ਼ਟੀ ਨਾਲ ਵੇਖਦਾ ਹੈ। ਜਿਸ 'ਤੇ ਗੁਰੂ ਦੀ ਕਿਰਪਾ ਹੁੰਦੀ ਨਾ, ਪਰਮਾਤਮਾ ਦੀ ਵੀ ਫਿਰ ਉਸ 'ਤੇ ਕਿਰਪਾ ਹੋ ਜਾਂਦੀ ਹੈ। ਜਲ ਥਲ ਮਹੀਲ ਸਭ ਤ੍ਰਿਪਤਾਣੇ, ਸਾਧੂ ਚਰਨ ਪਖਾਲੀ ਜੀ। ਜਿਨ੍ਹਾਂ ਨੇ ਵੀ ਸਾਧੂ ਦੇ ਚਰਨ ਧੋਤੇ, ਪਖਾਲਣ ਦਾ ਧੋਣਾ, ਜਿਨ੍ਹਾਂ ਨੇ ਗੁਰੂ ਦੇ ਚਰਨ ਧੋਤੇ,
ਕਹਿੰਦੇ ਜਲ ਥਲ ਮਈਲ ਸਭ ਤ੍ਰਿਪਤਾਂ ਨੇ। ਪਰਮਾਤਮਾ ਜਦੋਂ ਕਿਰਪਾ ਕਰਦਾ ਉਦੋਂ ਫਿਰ ਜਲ ਥਲ ਮਹੀਲ ਆਕਾਸ਼, ਧਰਤੀ ਤੋਂ ਲੈ ਕੇ ਆਕਾਸ਼ ਦੇ ਵਿੱਚ ਜਿਹੜੀ ਖਾਲੀ ਥਾਪਣ ਦਿਸਦੀ, ਜਿਹਨੂੰ ਇੰਗਲਿਸ਼ ਵਾਲੇ ਕਹਿੰਦੇ ਸਪੇਸ, ਉਹਨੂੰ ਕਹਿੰਦੇ ਨੇ ਮਹੀਲ। ਅਤੇ ਸੌਖਾ ਢੰਗ ਦੱਸਣਾ ਵੀ ਜਲ ਪਾਣੀ, ਥਲ ਧਰਤੀ ਅਤੇ ਮਹੀਲ ਆਕਾਸ਼ ਦੇ ਵਿੱਚ ਜਿੰਨੇ ਵੀ ਜੀਵ ਹਨ ਸਭ ਤ੍ਰਿਪਤ ਹਨ, ਸਭ ਤ੍ਰਿਪਤ ਹੋ ਜਾਂਦੇ ਹਨ, ਸਭ ਤ੍ਰਿਪਤ ਹੋ ਜਾਂਦੇ। ਸਾਧੂ ਚਰਨ ਪਖਾਲੇ ਜੀ, ਇਸ ਲਈ ਭਾਈ ਸਾਧੂ ਦੇ ਚਰਨ ਧੋ ਕੇ ਪੀਣੇ ਚਾਹੀਦੇ ਹਨ। ਮਨ ਕੀ ਇੱਛ ਪੁਜਾਵਨ ਹਾਰ, ਪਰਮਾਤਮਾ ਮਨ ਦੀ ਇੱਛਾ ਪੂਰੀ ਕਰਨ ਵਾਲਾ ਹੈ। ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਿਹੜੀ ਤੁਹਾਡੀ ਜਾਇਜ਼ ਇੱਛਾ ਹੋਏਗੀ ਪਰਮਾਤਮਾ ਪੂਰੀ ਕਰ ਦੇਗਾ। ਭਜਨ ਬੰਦਗੀ ਕਰਨ ਵਾਲੇ ਦੀ ਪਰਮਾਤਮਾ ਨਜਾਇਜ਼ ਇੱਛਾ ਪੂਰੀ ਨਹੀਂ ਕਰਦਾ, ਵੀ ਇਹਨੂੰ ਬਾਅਦ 'ਚ ਨੁਕਸਾਨ ਹੋਏਗਾ, ਭਜਨ ਬੰਦਗੀ ਰੁਕਾਵਟ ਪਵੇਗੀ, ਉਹ ਤਾਂ ਨਹੀਂ ਪੂਰੀ ਕਰਦਾ। ਜਦੋਂ ਸਾਡੀ ਇੱਛਾ ਪਰਮਾਤਮਾ ਨੇ ਪੂਰੀ ਨਹੀਂ ਕਰਦਾ, ਸਾਨੂੰ ਇੱਕ ਵਾਰੀ ਦੁੱਖ ਤਾਂ ਹੁੰਦਾ, ਪਰ ਬਾਅਦ 'ਚ ਫਿਰ ਸੋਝੀ ਆਉਂਦੀ ਹੈ, ਅੱਛਾ ਹੋਇਆ ਉਹ ਇੱਛਾ ਪੂਰੀ ਨਹੀਂ ਹੋਈ। ਸੋ ਇਸ ਲਈ ਬਹੁਤੀ ਵਾਰ ਨਹੀਂ ਤਰਲੇ ਕੱਢਣੇ ਚਾਹੀਦੇ ਪਰਮਾਤਮਾ ਨੂੰ। ਜਿਵੇਂ ਇੱਕ ਬੰਦਾ ਸਾਡੇ ਨਾਲ ਟੀਚਰ ਲੱਗਿਆ ਸੀ, ਉਹ ਸੁਣਾਵੇ ਕਿ ਸਾਡੇ ਇੱਕ ਰਿਸ਼ਤੇਦਾਰ ਹੈ, ਉਹ ਜਾਂਦਾ ਹੁੰਦਾ ਸੀ ਮਹਾਂਪੁਰਖਾਂ ਕੋਲ, ਉਹਨਾਂ ਦੇ ਪੁੱਤਰ ਨਹੀਂ ਸੀ। ਉਹਨੇ ਕਿਹਾ ਜੀ ਸਾਨੂੰ ਪੁੱਤਰ ਦਿਓ। ਕਹਿੰਦੇ ਭਾਈ ਤੁਹਾਡੇ ਭਾਗਾਂ 'ਚ ਹੈ ਨਹੀਂ। ਨਹੀਂ ਜੀ, ਜਦੋਂ ਕੋਈ ਸਾਲ 6 ਜਾਣਾ ਜੀ ਪੁੱਤਰ ਦੀ ਦਾਤ ਬਖਸ਼ੋ ਜੀ। ਇੱਕ ਵਾਰੀ ਕਹਿੰਦੇ ਭਾਈ ਪੁੱਤਰ ਤਾਂ ਹੋ ਜੂ, ਪਰ ਨਾ ਹੋਇਆ ਵਰਗਾ ਹੋਊ। ਉਹ ਪੁੱਤਰ ਮੋਹ ਇੰਨਾ ਜ਼ਿਆਦਾ, ਕਹਿੰਦੇ ਚੰਗਾ ਜੀ ਨਾ ਹੋਇਆ ਵਰਗਾ ਹੀ ਦੇ ਦਿਓ। ਕਹਿੰਦੇ ਅੱਛਾ ਫਿਰ ਹੋ ਜਾਏਗਾ। ਜਦੋਂ ਹੋਇਆ ਉਹ ਲੂਲਾ, ਨਾ ਹੱਥ ਕੰਮ ਕਰ ਨਾ ਪੈਰ ਕੰਮ ਕਰ। ਦੋਨੋਂ ਮੀਆਂ ਬੀਬੀ ਸਰਵਿਸ ਕਰਦੇ ਸੀ, 14 ਸਾਲ ਉਹਨੂੰ ਪਾਲਦੇ ਰਹੇ ਮੰਜੇ 'ਤੇ ਪਏ ਨੂੰ। ਰੋਜ਼ ਅਰਦਾਸਾਂ ਕਰਿਆ ਕਰਨ, ਇਹ ਕਦੋਂ ਇਸ ਤੋਂ ਸਾਡਾ ਖੜਾ ਛੁੱਟੇਗਾ। ਸੋ ਇਸ ਲਈ ਜ਼ੋਰ ਨਹੀਂ ਪਾਉਣਾ ਚਾਹੀਦਾ ਵੀ ਜ਼ਰੂਰ ਇਹ ਮੰਗ ਪੂਰੀ ਹੋਵੇ। ਮੰਗ ਤਾਂ ਪੂਰੀ ਹੋ ਗਈ, ਪਰ 14 ਸਾਲ ਉਹਦੇ ਕਾਰਨ ਉਹਨੇ ਦੁੱਖ ਭੋਗੇ। ਜਦੋਂ ਮਰਿਆ ਤਾਰਨ ਸੁੱਖ ਦਾ ਸਾਹ ਆਇਆ। ਇਸ ਲਈ ਮੰਗਣਾ ਸਾਡਾ ਫਰਜ਼ ਹੈ। ਠੀਕ ਹੈ, ਦੋ ਚਾਰੇ ਬੇਨਤੀ ਕਰੋ, ਰੀ ਮਤ ਕਰੋ, ਮੈਨੂੰ ਜ਼ਰੂਰ ਚਾਹੀਦਾ ਹੈ। ਕਈ ਵਾਰ ਫਿਰ ਨੁਕਸਾਨ ਹੁੰਦਾ। ਮਨ ਕੀ ਇੱਛ ਪੁਜਾਵਨ ਹਾਰਾ, ਪਰਮਾਤਮਾ ਮਨ ਦੀ ਇੱਛਾ ਪੂਰੀ ਕਰਨ ਵਾਲਾ ਹੈ। ਸਦਾ ਸਦਾ ਜਾਈ ਬਲਿਹਾਰ, ਮੈਂ ਉਸ ਤੋਂ ਸਦਾ ਹੀ ਬਲਿਹਾਰ ਜਾਂਦਾ ਹੂੰ। ਨਾਨਕ ਦਾਨ ਦੀਆ ਦੁੱਖ ਭੰਜਨ, ਦੁੱਖ ਭੰਜਨ ਭੰਜਨ ਨੰਨੜ ਸਿਆਰੀ ਲਾਈਏ, ਦੁੱਖਾਂ ਨੂੰ ਦੂਰ ਕਰਨ ਵਾਲੇ ਪਰਮਾਤਮਾ ਨੇ ਮੈਨੂੰ ਨਾਮ ਦੀ ਦਾਤ ਦਿੱਤੀ। ਰੱਤੇ ਰੰਗ ਰਸਾਲੀ ਜੀ, ਰਸਾਲੀ ਇਹਦਾ ਰਸਾਂ ਦਾ ਘਰ ਪਰਮਾਤਮਾ, ਅਤੇ ਫਿਰ ਇਹ ਜੀਵ ਪਰਮਾਤਮਾ ਦੇ ਪਿਆਰ 'ਚ ਰੰਗਿਆ ਜਾਂਦਾ ਹੈ। ਕਿਉਂਕਿ ਪਰਮਾਤਮਾ ਜੇ ਦੁੱਖਾਂ ਦੀ ਨਿਵਰਤੀ ਕਰਨ ਵਾਲਾ ਹੈ, ਉਹ ਜੋ ਨਾਮ ਦੀ ਦਾਤ ਦੇ ਦਿੰਦਾ ਨਾ, ਫਿਰ ਬੰਦਾ ਇਸ ਪਰਮਾਤਮਾ ਦੇ ਪਿਆਰ 'ਚ ਰੰਗਿਆ ਜਾਂਦਾ ਹੈ। ਸਤਿਕਾਰਯੋਗ ਸਾਧ ਜੀ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।